ਦੇ ਅੰਦਰ ਹੀ। ਖੈਰ ਮਰ ਕਹਿੰਦੇ ਬਿਨ ਗੁਰ ਬਿਸਿਰ ਦੱਸੇ ਮਰਵਾਟ, ਨਾਨਕ ਗੁਰ ਬਿਨ ਘਾਟੇ ਘਾਟ। ਮਰ ਕਹਿੰਦੇ ਅਗਰ ਗੁਰੂ ਨਹੀਂ ਹੈ ਜ਼ਿੰਦਗੀ ਵਿੱਚ ਤੇ ਬਹੁਤ ਵੱਡਾ ਘਾਟਾ ਧਰਤੀ ਤੇ ਇਸ ਬੰਦੇ ਨੂੰ ਪੈ ਜਾਂਦਾ ਹੈ। ਆਓ ਹੁਣ ਅੱਜ ਜਿਹੜਾ ਅਸੀਂ ਤੇ ਮਰ ਕਹਿੰਦੇ ਥਾਪਿਆ ਨਾ ਜਾਏ, ਜਿਹੜਾ ਸਾਡਾ ਕੱਲ ਵਾਲੀ ਪਰਸੋਂ ਵਾਲੀ ਪੌੜੀ ਸੀ, ਕੱਲ ਵਾਲੀ, ਗੁਰੂ ਨੂੰ ਥਾਪ ਨਹੀਂ ਸਕਦੇ ਤੁਸੀਂ, ਕਿਉਂ? ਗੁਰੂ ਕਿਸੇ ਦਾ ਜਾਇਆ ਹੋਇਆ ਨਹੀਂ ਹੈ। ਤੇ ਅੱਜ ਦੀ ਜਿਹੜੀ ਵਿਚਾਰ ਆ ਉਹ ਮਹਾਰਾਜ ਫਿਰ ਹੁਣ ਸਿੱਧਾਂ ਦੇ ਨਾਲ ਗੋਸ਼ਟ ਪਏ ਕਰਦੇ ਨੇ। ਉਹ ਕਹਿੰਦੇ ਤੁਸੀਂ ਤੀਰਥਾਂ ਤੇ ਨਹੀਂ ਜਾਂਦੇ, ਅਸੀਂ ਤੀਰਥਾਂ ਤੇ ਜਾਂਦੇ ਆ। ਜਦ ਸਿੱਧ ਗੋਸ਼ਟ ਦੇ ਅੰਦਰ ਇਹ ਸਵਾਲ ਆਉਂਦਾ ਕਿ ਤੀਰਥ ਨਾਈਏ ਸੁਖ ਫਲ ਪਾਈਏ। ਸਿੱਧ ਕਹਿੰਦੇ ਅਸੀਂ ਤੀਰਥਾਂ ਤੇ ਜਾਂਦੇ ਆ ਤੇ ਉੱਥੇ ਨਹਾਉਂਦੇ ਆ ਤੇ ਬੜਾ ਸੁੱਖ ਤੇ ਵੱਡਾ ਫਲ ਮਿਲਦਾ ਤੀਰਥਾਂ ਦੇ ਨਹਾਉਣ ਦਾ। ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਕੋਈ ਮੈਲ ਨਹੀਂ ਲੱਗਦੀ ਤੀਰਥਾਂ ਤੇ ਜਾਂਦਿਆਂ ਸਾਨੂੰ। ਗੋਰਖ ਪੂਤ, ਇਹਨਾਂ ਦਾ ਜਿਹੜਾ ਮੇਨ ਆ ਗੁਰੂ ਗੋਰਖ ਆ ਤੇ ਉਹਦਾ ਗਾਂ ਚੇਲਾ ਹੈ ਲੋਹਾ ਰੀਪਾ, ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਗੋਸ਼ਟ ਕਰਨ ਦਿਆ ਏ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋ ਜੁਗਤ ਬਿਦ ਸਾਈ। ਜਿੱਦਾਂ ਸਿੱਖੀ ਦੀ ਰਹੁ ਰੀਤ ਹੈ, ਮੁਸਲਮਾਨਾਂ ਦੀ ਸ਼ਰ੍ਹਾ ਵਾ, ਹਿੰਦੂਆਂ ਦੀ ਮਰਜ਼ਾਦਾ ਵਾ। ਕਹਿ ਜੋਗੀ ਲੋਹਾ ਰੀਪਾ ਕਹਿਣ ਲੱਗਾ ਸਾਡੀ ਰਹੁ ਰੀਤ ਆ ਕਿ ਅਸੀਂ ਤੀਰਥਾਂ ਤੇ ਨਹਾਉਨੇ ਆ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਕੀ ਜੁਗਤੀ ਆ, ਰਹੁ ਰੀਤ ਆ ਤੁਹਾਡੀ? ਜੋਗੀ ਕਹਿਣ ਲੱਗੇ ਤੀਰਥਾਂ ਤੇ ਨਹਾਉਣਾ। ਤੇ ਮਾਰੇ ਕੀ ਕਰੋਗੇ ਤੀਰਥਾਂ ਤੇ ਨਹਾ ਕੇ? ਕਹਿੰਦੇ ਸੁੱਖ ਫਲ ਪਾਈਏ। ਕਹਿੰਦੇ ਸਾਨੂੰ ਸੁੱਖ ਮਿਲਦਾ ਹੈ ਤੇ ਤੀਰਥਾਂ ਤੇ ਨਹਾਉਣ ਦਾ ਵੱਡਾ ਫਲ ਮਿਲਦਾ ਹੈ। ਮੈਂ ਕਹਿੰਦੇ ਹੋ ਸਕਦਾ ਤੁਹਾਨੂੰ ਸੁੱਖ ਮਿਲਦਾ ਹੋਵੇ, ਤੁਹਾਨੂੰ ਤੀਰਥਾਂ ਤੇ ਨਹਾਉਣ ਦਾ ਫਲ ਵੀ ਮਿਲਦਾ ਹੋਵੇ, ਪਰ ਤੀਰਥ ਨਾਵਾਂ ਜੇ ਤਿਸ ਪਾਵਾਂ। ਤੁਹਾਨੂੰ ਤੇ ਸੁੱਖ ਮਿਲ ਗਿਆ, ਤੁਹਾਨੂੰ ਤੇ ਫਲ ਮਿਲ ਗਿਆ, ਕੀ ਇਹ ਤੁਹਾਡਾ ਨਾਤਾ ਹੋਇਆ ਰੱਬ ਨੂੰ ਵੀ ਪ੍ਰਵਾਨ ਹੋਇਆ ਕਿ ਨਹੀਂ ਜੇ? ਤੇ ਸਿੱਧ ਕਹਿਣ ਲੱਗੇ ਤੁਸੀਂ ਤੀਰਥਾਂ ਤੇ ਇਸ਼ਨਾਨ ਨਹੀਂ ਜੇ ਕਰਦੇ? ਮਰ ਕਹਿੰਦੇ ਕਰਦੇ ਆ। ਕਹਿਣ ਲੱਗੇ ਕਿੱਥੇ ਕਰਦੇ ਜੇ ਤੁਸੀਂ? ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਆ ਜਿਹੜਾ ਸਵੇਰੇ ਆਸਾ ਦੀ ਵਾਰ ਨੂੰ ਪੜ੍ਹਨਾ ਸੁਣਨਾ, ਇਹ ਬਹੁਤ ਵੱਡਾ ਤੀਰਥ ਇਸ਼ਨਾਨ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਰੱਬ ਦਾ ਪਰਮੇਸ਼ਰ ਦਾ ਨਾਮ ਜਿਹੜਾ ਤੀਰਥ ਹੈ, ਮੈਂ ਉਸ ਤੀਰਥ ਉੱਤੇ ਨਹਾਉਣਾ ਵਾ। ਉੱਤਰ ਅਵਕਟ ਤੀਰਥ ਨਹਾਵੇ। ਤੁਸੀਂ ਟਿੱਲਿਆਂ ਤੋਂ ਉਤਰ ਕੇ ਆਉਂਦੇ ਹੋ ਤੇ ਥੱਲੇ ਆਣ ਕੇ ਇਸ਼ਨਾਨ ਕਰਦੇ ਹੋ ਸਰੋਵਰਾਂ ਦੇ ਉੱਤੇ। ਮਰ ਕਹਿੰਦੇ ਅਸੀਂ ਵੀ ਕਰਦੇ ਆ। ਉੱਤਰ ਅਵਕਟ ਸਰਵਰ ਨਹਾਵੇ। ਹੰਕਾਰ ਰੂਪੀ ਟਿੱਲੇ ਤੋਂ ਜਿਹੜਾ ਬੰਦਾ ਉੱਤਰ ਜਾਂਦਾ ਹੈ, ਉਹ ਫਿਰ ਪਰਮੇਸ਼ਰ ਦੇ ਨਾਮ ਰੂਪੀ ਦਰਿਆ ਵਿੱਚ ਤੀਰਥ ਵਿੱਚ ਇਸ਼ਨਾਨ ਕਰਦਾ ਹੈ। ਉੱਤਰ ਅਵਕਟ ਸਰਵਰ ਨਹਾਵੇ, ਬਕੇ ਨ ਬੋਲੇ ਹਰ ਗੁਣ ਗਾਵੇ। ਬਸ ਗੁਣਾਂ ਨੂੰ ਗਾਉਣਾ ਹੀ ਤੀਰਥ ਹੈ। ਤੁਸੀਂ ਕਹਿੰਦੇ ਸੁੱਖ ਫਲ ਪਾਈਏ ਤੀਰਥ ਨਹਾਈਏ, ਮਰ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ। ਮੈਂ ਉਹ ਕੰਮ ਕਰਦਾ ਜਿਹੜਾ ਰੱਬ ਨੂੰ ਭਾਵੇ, ਤੁਸੀਂ ਉਹ ਕੰਮ ਕਰਦੇ ਹੋ ਜਿਹੜਾ ਜੱਗ ਨੂੰ ਭਾਵੇ। ਤੇ ਹਉ ਬਲਿਹਾਰੀ ਸਾਜਨਾ ਮੀਤਾਂ ਆਵਰੀਤਾਂ। ਮਰ ਕਹਿੰਦੇ ਵਿਣ ਪਾਣੇ ਕੇ ਨਾਏ ਕਰੀ। ਨਹਾਈ ਜੋ ਤੀਰਥਾਂ ਤੇ ਜੇ ਰੱਬ ਨੂੰ ਨਹੀਂ ਤੁਹਾਡਾ ਭਾਇਆ ਤੇ ਇਹ ਤੁਹਾਡਾ ਤੀਰਥ ਨਹਾਤਾ ਕਿਸੇ ਲੇਖੇ ਨਹੀਂ ਜੇ ਪੈਣਾ। ਤੀਰਥ ਨਹਾਵਾਂ, ਮੈਂ ਵੀ ਨਹਾਉਣਾ, ਮੈਂ ਨਹਾਊਂਗਾ ਜੇ ਮੇਰਾ ਨਹਾਉਣਾ ਰੱਬ ਨੂੰ ਭਾਵੇ, ਤੇ ਰੱਬ ਨੂੰ ਇਹ ਭਾਉਂਦਾ ਨਹੀਂਗਾ ਨਹਾਉਣਾ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ।
ਅਗਲੀ ਗੱਲ ਸੀ ਮਹਾਰਾਜ ਨੇ ਇੱਥੋਂ ਹੁਣ ਵਿਸ਼ਾ ਥੋੜਾ ਜਿਹਾ ਬਦਲਣਾ ਹੈ। ਕਿ ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ। ਬਾਹਰ ਕਹਿੰਦੇ ਜਿੰਨੀ ਵੀ ਧਰਤੀ ਆ, ਜਿੰਨੀ ਵੀ ਸਾਰੀ ਸ੍ਰਿਸ਼ਟੀ ਆ, ਸਾਰੀ ਕਾਇਨਾਤ ਵਾ, ਸੰਸਾਰ ਵਾ, ਸਾਰਾ ਹੀ, ਮੈਨੂੰ ਸਿੱਧੂ ਇਹ ਗੱਲ ਦੱਸੋ ਕਿ ਰੱਬ ਦੀ ਬਖਸ਼ਿਸ਼ ਤੋਂ ਬਿਨਾ ਕਿਸੇ ਨੂੰ ਕੁਝ ਮਿਲਿਆ? ਤੁਸੀਂ ਉਹ ਕੰਮ ਕਰਦੇ ਹੋ ਜਿਹੜੇ ਤੈਨੂੰ ਪਾਉਂਦੇ, ਜਿਹੜੇ ਤੁਹਾਨੂੰ ਪਾਉਂਦੇ ਨੇ, ਪਰ ਇੱਕ ਗੱਲ ਮੈਨੂੰ ਦੱਸੋ ਵੀ ਧਰਤੀ ਉੱਤੇ ਰੱਬ ਦੀ ਕਿਰਪਾ ਤੋਂ ਬਿਨਾ, ਉਹਦੀ ਸੱਚੇ ਪਰਵਤਗਾਰ ਦੀ ਰਹਿਮਤ ਤੋਂ ਬਿਨਾ ਕੁਝ ਮਿਲਦਾ ਵਾ? ਜੇਤੀ ਸ੍ਰਿਸ਼ਟ ਉਪਾਈ ਵੇਖਾਂ, ਮੈਂ ਵੇਖ ਰਿਹਾ ਜਿੰਨੀ ਵੀ ਰੱਬ ਦੀ ਧਰਤੀ ਆ, ਉਹਦੀ ਰਹਿਮਤ ਤੋਂ ਬਿਨਾ ਕੁਝ ਮਿਲਿਆ ਕਿਸੇ ਨੂੰ? ਬਾਪ ਮਾਈ, ਬਾਪ ਰੂਪ ਰੰਗ, ਜੋ ਕੁਝ ਸਾਨੂੰ ਮਿਲਿਆ ਹੈ, ਕੀ ਇਹ ਸਾਡੀ ਆਪਣੀ ਦੇਣ ਵਾ? ਕੋਈ ਬੰਦਾ ਕਵੇ ਕਿ ਮੈਂ ਮਾਈ ਬਾਪ ਆਪਣੇ ਮਰਜ਼ੀ ਨਾਲ ਚੁਣਿਆ ਹੈ। ਪਿਤਾ ਕੇ ਜਨਮ ਕੇ ਜਾਣੇ ਪੂਤ, ਮਾਂ ਬਾਪ ਮੈਂ ਆਪਣੀ ਮਰਜ਼ੀ ਨਾਲ ਨਹੀਂ ਚੁਣੇ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ, ਜੋ ਕੁਛ ਮਿਲਿਆ ਮੈਨੂੰ ਉਹਦੀ ਰਹਿਮਤ ਨਾਲ ਮਿਲਦਾ ਹੈ। ਹਾਲਾਂਕਿ ਮੈਨੂੰ ਕੱਲੇ ਨੂੰ ਨਹੀਂ। ਜੇ ਮੋਰ ਦੇ ਕੋਲ ਇੰਨੇ ਸੋਹਣੇ ਰੰਗ ਨੇ, ਖੰਭ ਨੇ, ਕੀ ਇਹ ਰੰਗ ਤੇ ਇਹ ਖੰਭ, ਇਹ ਮੋਰ ਦੀ ਆਪਣੀ ਕੋਈ ਬਣਾਵਟ ਹੈ? ਜੇ ਕਾਂ ਦੇ ਕੋਲ ਕਾਲਾ ਰੰਗ ਵਾ, ਕੀ ਇਹ ਰੰਗ ਕਾਂ ਦੀ ਆਪਣੀ ਚੋਣ ਵਾ? ਜੇ ਇਹ ਧਰਤੀ ਉੱਤੇ ਹਰ ਇੱਕ ਬੰਦੇ ਦੀ ਆਪਣੀ ਚੋਣ ਹੁੰਦੀ ਤੇ ਮੋਰ ਜੈਸੇ ਖੰਭ ਸੋਹਣੇ ਸਾਰੇ ਜਾਨਵਰਾਂ ਨੇ ਲਾਏ ਹੁੰਦੇ, ਲੱਗੇ ਹੁੰਦੇ ਸਾਰਿਆਂ ਜਾਨਵਰਾਂ ਨੂੰ। ਇਹ ਬਾਣੀ ਜਿਹੜੀ ਜਪਜੀ ਸਾਹਿਬ ਹੈ, ਇਹ ਇਕੱਲੇ ਬੰਦੇ ਦੀ ਗੱਲ ਨਹੀਂ ਕਰਦੀ, ਇਹ ਤਮਾਮ ਸੰਸਾਰ ਦੀ ਗੱਲ ਕਰਦੀ ਆ। ਤੇ ਜਦੋਂ ਅਸੀਂ ਕਹਿੰਦੇ ਆ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਤੇ ਜਦੋਂ ਅਸੀਂ ਇਹਦੀ ਵਿਆਖਿਆ ਕੇਵਲ ਬੰਦਿਆਂ ਉੱਤੇ ਕਰਾਂਗੇ ਤੇ ਬੰਦਾ ਤੇ ਕੋਈ ਹੁਕਮ 'ਚ ਚੱਲਣ ਨਹੀਂ ਦਿਆ। ਤੇ ਲੋਕਾਂ ਨੇ ਵਿਆਖਿਆ ਕੀਤੀ ਹੈ ਬੰਦਿਆਂ ਦੇ ਉੱਤੇ, ਬੰਦਿਆਂ ਦੇ ਉੱਤੇ ਦੀ ਵਿਆਖਿਆ ਨਹੀਂ। ਇਹਦੀ ਵਿਆਖਿਆ ਜਪਜੀ ਸਾਹਿਬ ਦੀ ਤਮਾਮ ਬ੍ਰਹਿਮੰਡ ਦੀ ਵਿਆਖਿਆ ਵਾ। ਜੇਤੀ ਸਿਰਠ ਉਪਾਈ ਵੇਖਾਂ, ਬੰਦੇ ਨਹੀਂ, ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਮੈਂ ਜਿਨ੍ਹਾਂ ਨੂੰ ਵੇਖ ਰਿਹਾ ਵਾਂ। ਤੇ ਵਿਣ ਕਰਮਾਂ ਕੇ ਮਿਲੇ ਲਈ, ਹਾਥੀ ਨੂੰ ਸੁੰਡ ਉਹਦੀ ਆਪਣੀ ਉਹਦੀ ਚੋਣ ਵਾ ਕਿ ਕਿਸੇ ਨੇ ਦਿੱਤੀ ਹੋਈ ਆ ਉਸ ਨੂੰ? ਵਿਣ ਕਰਮਾਂ ਕੇ, ਉਹਦੀ ਰਹਿਮਤ ਤੋਂ ਬਿਨਾਂ ਕਿਸੇ ਨੂੰ ਕੁਝ ਮਿਲਿਆ ਵਾ? ਇੰਨੀਆਂ ਧਰਤੀ ਉੱਤੇ ਆਵਾਜ਼ਾਂ ਨੇ, ਇੱਕ ਬੰਦੇ ਦੀ ਆਵਾਜ਼ ਦੂਸਰੇ ਬੰਦੇ ਨਾਲ ਨਹੀਂ ਰਲਦੀ, ਇੱਕ ਪਰੰਦੇ ਦੀ ਆਵਾਜ਼ ਦੂਸਰੇ ਪਰੰਦੇ ਨਾਲ ਨਹੀਂ ਰਲਦੀ। ਕਾਂ ਦੀ ਆਪਣੀ ਆਵਾਜ਼ ਹੈ, ਕੀਤੇ ਤੇਰੇ ਵਾਵਣ ਹਾਰੇ। ਐ ਪਰਮੇਸ਼ਰ ਕਿੰਨੇ ਸਾਜ਼ ਨੇ ਜਿਹੜੇ ਤੈਨੂੰ ਗਾਉਣ ਦਏ ਨੇ। ਇਹ ਜਿੰਨੇ ਜੀ ਜੰਤੂ ਨੇ ਸਾਰੇ ਸਾਜ਼ ਨੇ ਤੇ ਤੈਨੂੰ ਗਾਉਣ ਦਏ ਨੇ। ਕੀਤੇ ਵਾਵਣ ਹਾਰੇ, ਕਿੰਨੇ ਵਜਾਉਣ ਵਾਲੇ ਨੇ, ਕਿੰਨੇ ਗਾਉਣ ਵਾਲੇ ਨੇ। ਮੈਂ ਕੱਲ ਵੀ ਕਹਿ ਰਿਹਾ ਸੀ ਕਿ ਲੋਕੀ ਤੋਤੇ ਨੂੰ ਕਹਿੰਦੇ ਨੇ ਰਾਮ ਰਾਮ ਬੋਲ, ਲੋਕੀ ਤੋਤੇ ਨੂੰ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਬੋਲ, ਸਿਖਾਉਂਦੇ ਨੇ। ਤੇ ਮੈਂ ਕਹਿੰਦਾ ਨਾ ਵਾ, ਉਹ ਤੋਤਾ ਜਿਹੜਾ ਵਾ ਉਹ ਆਪਣੀ ਬੋਲੀ ਵਿੱਚ ਰੱਬ ਰੱਬ ਬੋਲਦਾ ਵਾ, ਉਹਦੀ ਆਪਣੀ ਭਾਸ਼ਾ ਵਾ। ਤੁਸੀਂ ਆਪਣੀ ਭਾਸ਼ਾ ਤੋਤੇ ਨੂੰ ਕਿਉਂ ਦਿੰਦੇ ਹੋ? ਤੋਤਾ ਤੇ ਜਿੰਨੇ ਵੀ ਪੰਛੀ ਨੇ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਰੱਬ ਨੂੰ ਧਿਆਉਂਦੇ ਨੇ, ਉਹਨੂੰ ਗਾਉਂਦੇ ਨੇ, ਉਹਨੂੰ ਜਪਦੇ ਨੇ, ਉਹ ਆਪਣੀ ਭਾਸ਼ਾ 'ਚ ਜਪਦੇ ਨੇ।
ਜੋ ਬੋਲਤ ਹੈ ਮਿਰਗਮੀਨ ਪੰਖੇਰੂ ਸੋ ਬਿਨ ਜਾਪਤ ਹੈ ਨਹੀਂ ਹੋਰ। ਉਹ ਤੇ ਜਪਦੇ ਨੇ, ਆਪਣੀ ਭਾਸ਼ਾ 'ਚ ਜਪਦੇ ਨੇ, ਤੁਸੀਂ ਤੋਤਿਆਂ ਨੂੰ ਨਾਮ ਜਪਾਉਣ ਲੱਗੇ ਹੋਏ ਹੋ। ਆਪ ਹੀ ਜਪ ਲੋ, ਇੰਨਾ ਹੀ ਵੱਡੀ ਗੱਲ ਆ। ਤੋਤਿਆਂ ਨੂੰ ਨਾਮ ਜਪਾਉਂਦੇ ਫਿਰਦੇ ਨੇ। ਨਹੀਂ 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 ਨਹੀਂ। ਮਹਾਰਾਜ ਕਹਿੰਦੇ ਜੇਤੀ ਸਿਰਠ ਉਪਾਈ ਵੇਖਾਂ। ਜੋ ਕੁਛ ਧਰਤੀ ਤੇ ਮੈਂ ਵੇਖ ਰਿਹਾ ਵਾਂ, ਰੂਪ ਰੰਗ ਨਸਲ ਜਾਤ ਦਰਿਆ ਪਹਾੜ ਰੁੱਖ, ਜੋ ਕੁਛ ਵੇਖ ਰਿਹਾ ਕਿ ਇਹ ਰੱਬ ਦੀ ਕਿਰਪਾ ਤੋਂ ਬਿਨਾਂ ਪੈਦਾ ਹੋਏ ਨੇ। ਜੇਤੀ ਸਿਰਠ ਉਪਾਈ ਵੇਖਾਂ, ਮੈਂ ਵੇਖ ਰਿਹਾ ਵਾਂ। ਮੋਰ ਦੇ ਵਿੱਚ ਕਿੰਨੇ ਰੰਗ ਨੇ, ਤੋਤਾ ਕਿੰਨਾ ਸੋਹਣਾ ਲੱਗਦਾ ਹੈ, ਉਹਦੇ 'ਚ ਰੰਗ ਕਿਸ ਨੇ ਭਰਿਆ ਹੈ। ਵੱਡੀ ਗੱਲ ਹੈ ਵੀ ਜਿਹੜੇ ਉਹਨੇ ਰੰਗ ਭਰੇ ਆ ਨਾ, ਉਹ ਮੁੜ ਕੇ ਫਿੱਕੇ ਨਹੀਂ ਪੈਂਦੇ। ਜਿਹੜੇ ਆ ਅਸੀਂ ਦੁਨਿਆਵੀ ਕੋਈ ਲਲਾਰੀ ਹੁੰਦੇ ਨੇ, ਉਹ ਰੰਗ ਰੰਗਦੇ ਨੇ ਪਰ ਰੰਗ ਫਿੱਕੇ ਪੈ ਜਾਂਦੇ ਨੇ। ਪਰ ਰੱਬ ਦੇ ਰੰਗ ਕਦੀ ਫਿੱਕਾ ਨਹੀਂ ਪੈਂਦਾ। ਤੋਤੇ ਦਾ ਰੰਗ ਕਦੀ ਫਿੱਕਾ ਨਹੀਂ ਪੈਂਦਾ। ਮੋਰ ਦੇ ਖੰਭਾਂ ਦਾ ਰੰਗ ਕਦੀ ਫਿੱਕਾ ਨਹੀਂ ਪੈਂਦਾ, ਕਿਉਂਕਿ ਉਹ ਲਲਾਰੀ ਬੜਾ ਮਹਾਨ ਹੈ ਜਿਹਨੇ ਰੰਗੇ ਹੋਏ ਨੇ। ਵਿਣ ਕਰਮ ਆ ਕੇ ਇਹ ਰੰਗ ਰੂਪ ਨਸਲ ਜਾਤ ਉਹਦੀ ਰਹਿਮਤ ਤੋਂ ਬਿਨਾਂ ਕਿੱਥੋਂ ਆਏ ਹੋਏ ਨੇ। ਨਹੀਂ, ਇਹ ਸਭ ਉਸ ਦੀ ਰਹਿਮਤ ਵਾ। ਜੇਤੀ ਸਿਰਠ ਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ। ਤੇ ਕਾਲੇ ਬੰਦਿਆਂ ਨੂੰ ਆਖੋ ਜਿਨ੍ਹਾਂ ਦੇ ਰੰਗ ਕਾਲੇ ਨੇ, ਗੋਰਾ ਰੰਗ ਕਰਕੇ ਦਿਖਾਓ ਆਪਣਾ। ਜੇ ਆਖੇ ਨਾ ਵੀ ਨਹੀਂ ਉਹਦੀ ਰਹਿਮਤ ਤੋਂ ਬਿਨਾਂ ਵੀ ਕੁਛ ਹੋ ਜਾਂਦਾ ਹੈ, ਉਹਦੀ ਕਿਰਪਾ ਤੋਂ ਬਿਨਾਂ ਵੀ ਕੁਛ ਹੋ ਜਾਂਦਾ, ਤੇ ਮਹਾਰਾਜ ਕਹਿੰਦੇ ਫਿਰ ਕਰਕੇ ਵਿਖਾਓ। ਤੁਸੀਂ ਕਰਕੇ ਦਿਖਾਓ ਕਿੱਦਾਂ ਹੁੰਦਾ ਹੈ। ਜਿਹੜੇ ਕਾਲੇ ਨੇ ਉਹਨਾਂ ਨੂੰ ਆਖੋ ਤੁਸੀਂ ਗੋਰੇ ਹੋ ਕੇ ਵਿਖਾਓ ਕਿੱਦਾਂ ਹੁੰਦੇ ਜੀ। ਜਿਨ੍ਹਾਂ ਨੂੰ ਰੱਬ ਨੇ ਅਕਲ ਨਹੀਂ ਦਿੱਤੀ ਉਹਨਾਂ ਨੂੰ ਆਖੋ ਤੁਸੀਂ ਸਿਆਣੇ ਬਣ ਕੇ ਦਿਖਾਓ ਕਿੱਦਾਂ ਸਿਆਣੇ ਹੋਇਆ ਜਾਂਦਾ ਹੈ। ਵਿਣ ਕਰਮਾ ਕੇ ਉਹਦੀ ਰਹਿਮਤ ਤੋਂ ਬਿਨਾਂ ਵੀ ਕੁਛ ਹੁੰਦਾ ਹੈ? ਨਹੀਂ ਹੁੰਦਾ। ਨਾ 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 ਨਾ। ਜੇਤੀ ਸਿਰਠ ਪਾਈ ਵੇਖਾਂ ਵਿਣ ਕਰਮਾ ਕੇ। ਇੱਥੇ ਲੋਕੀ ਕਹਿ ਵਿਆਖਿਆ ਵੀ ਕਰਦੇ ਨੇ, ਬੰਦਿਆ ਜੋ ਤੈਨੂੰ ਮਿਲਿਆ ਤੇਰੇ ਕਰਮਾਂ ਦਾ ਮਿਲਿਆ। ਇਹ ਵੀ ਠੀਕ ਆ। ਮੈਂ ਕੱਲ ਵੀ ਕਿਹਾ ਸੀ, ਧਰਤੀ ਦੇਗ ਮਿਲੀ ਇੱਕ ਵੇਰਾ ਭਾਗ ਤੇਰਾ ਭੰਡਾਰੀ। ਧਰਤੀ ਬਹੁਤ ਵੱਡੀ ਰੱਬ ਨੇ ਦੇਗ ਬਣਾਈ ਆ, ਪਰ ਇਹਦੇ ਵਿੱਚ ਉਹ ਕੁਝ ਸਾਨੂੰ ਮਿਲਦਾ ਹੈ ਜੋ ਸਾਡੇ ਭਾਗਾਂ 'ਚ ਲਿਖਿਆ ਹੈ। ਪਰ ਇੱਥੇ ਸ੍ਰਿਸ਼ਟੀ ਦੀ ਗੱਲ ਕੀਤੀ ਆ, ਬੰਦੇ ਦੀ ਗੱਲ ਨਹੀਂ ਕੀਤੀ। ਜੇਤੀ ਸ੍ਰਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੇ। ਉਹਦੀ ਰਹਿਮਤ ਤੋਂ ਬਿਨਾਂ ਕਿਸੇ ਨੂੰ ਆਵਾਜ਼ ਨਹੀਂ ਮਿਲਦੀ। ਬੜੀਆਂ ਇਸਤਰੀਆਂ ਬੰਦੇ ਬੜੇ ਗੁੰਗੇ ਨੇ, ਉਹਨਾਂ ਨੂੰ ਬੁਲਾ ਕੇ ਦਿਖਾਓ ਕਿੱਦਾਂ ਬੋਲ ਸਕਦੇ ਨੇ। ਬੋਲਣਾ ਵੀ ਉਹਦੀ ਰਹਿਮਤ ਵਾ, ਚੱਲਣਾ ਵੀ ਉਹਦੀ ਰਹਿਮਤ ਵਾ, ਸਭ ਕੁਝ ਉਹਦੀ ਰਹਿਮਤ ਹੀ ਆ। ਇੰਨੇ ਆਵਾਜ਼, ਇੰਨੇ ਸਾਜ਼, ਜਿੰਨੇ ਸਰੀਰ ਨੇ ਜੀਵ ਜੰਤੂ ਪੰਛੀਆਂ ਦੇ ਸਾਜ਼ ਨੇ, ਤੇ ਉਹਨਾਂ ਸਾਜ਼ਾਂ ਵਿੱਚੋਂ ਅਨੇਕਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਇਹ ਆਵਾਜ਼ਾਂ ਕਿਸ ਨੇ ਪੈਦਾ ਕੀਤੀਆਂ ਹੋਈਆਂ ਨੇ? ਵਿਣ ਕਰਮਾ ਕੇ। ਬਿਨਾਂ ਰਹਿਮਤ ਤੋਂ ਕੁਛ ਨਹੀਂ ਹੋਇਆ। ਹਾਥੀ ਦੀ ਚੰਗਾਰ ਜਿਹੜੀ ਆ ਉਹਦੀ ਆਪਣੀ ਚੋਣ ਨਹੀਂ ਹੈ, ਇਹ ਰੱਬ ਦੀ ਦਾਤ ਹੈ। ਸ਼ੇਰ ਦੀ ਗੁੰਜਾਰ ਕੋਈ ਉਹਦੀ ਆਪਣੀ ਗੁੰਜਾਰ ਨਹੀਂ ਹੈ, ਰੱਬ ਦੀ ਰਹਿਮਤ ਹੈ। ਉਹ ਸੱਚੇ ਪਰਵਤਗਾਰ ਦੀ ਦੇਣ ਵਾ। ਕਿਸੇ ਦਾ ਸੁੰਦਰ ਗਲਾ ਹੈ, ਕਿਸੇ ਦਾ ਸੁੰਦਰ ਰੂਪ ਹੈ, ਇਹ ਕਿਸ ਦੀ ਦੇਣ ਹੈ? ਕੋਈ ਮਹਾਂਪੁਰਖ ਕਿਸੇ ਸੁੰਦਰੀ ਵੱਲ ਬੜੀ ਨਿਗਾਹ ਨਾਲ ਵੇਖ ਰਿਹਾ ਸੀ, ਤੇ ਚੇਲੇ ਕਹਿੰਦੇ ਮਹਾਰਾਜ ਤੁਸੀਂ ਬੜਾ ਰੂਪ ਤੱਕ ਰਹੇ ਹੋ, ਕੀ ਗੱਲ ਹੈ? ਕਹਿਣ ਲੱਗੇ ਯਾਰ ਆਨੰਦ ਬੜਾਇਆ ਰੂਪ ਤੱਕਣ ਦਾ। ਕਹਿੰਦੇ ਤੁਸੀਂ ਸਾਨੂੰ ਕਹਿੰਦੇ ਰੂਪ ਨਾ ਤੱਕਿਆ ਕਰੋ, ਰੂਪ ਲਭਾ ਲੈਂਦਾ ਹੈ। ਕਹਿਣ ਲੱਗੇ ਮੈਂ ਰੂਪ ਤੱਕਦਿਆਂ ਉਸ ਅਰੂਪ ਤੱਕ ਚਲ ਗਿਆ ਵੀ ਤੂੰ ਇਹ ਕੀ ਬਣਾ ਛੱਡਿਆ ਈ। ਤੱਕ ਮੈਂ ਰੂਪ ਹੀ ਰਿਹਾ ਵਾਂ, ਪਰ ਰੂਪ ਤੱਕਦਿਆਂ ਮੈਨੂੰ ਅਰੂਪ ਦਾ ਚੇਤੇ ਆ ਗਿਆ ਵੀ ਇਹ ਕਿਸ ਨੇ ਏਡੀ ਸੁੰਦਰ ਘਾੜਤ ਘੜੀ ਹੋਈ ਹੈ। ਅਸੀਂ ਆਪਣੇ ਸੁੰਦਰ ਅੰਗਾਂ ਦਾ ਹੀ ਮਾਣ ਪਿਆ, ਹੰਕਾਰ ਪਿਆ ਕਰਦੇ ਹਾਂ, ਪਰ ਇਸ ਦਾ ਬਣਾਉਣਹਾਰ ਕੌਣ ਹੈ? ਆਪਣੇ ਹੱਡਾਂ ਦਾ ਹੀ ਸਾਨੂੰ ਮਾਣ ਹੈ।
ਆਪਣੀ ਚਮੜੀ ਦਾ ਹੀ ਸਾਨੂੰ ਮਾਣ ਹੈ, ਆਪਣੇ ਨੈਣ ਨਕਸ਼ਾ ਦਾ ਹੀ ਸਾਨੂੰ ਮਾਣ ਹੈ, ਪਰ ਇਹ ਦੇਣ ਸਾਡੀ ਨਹੀਂ ਹੈ। ਜੇਤੀ ਸਿਰ ਠੁਪਾਈ ਵੇਖਾਂ ਵਿਣ ਕਰਮਾਂ ਕੇ, ਇਹ ਉਹਦਾ ਕਰਮ ਹੋਇਆ, ਉਹਦਾ ਬਖਸ਼ਿਸ਼ ਹੋਈ, ਉਹਦੀ ਰਹਿਮਤ ਹੋਈ ਹੈ। ਤੇ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ, ਜੇ ਤੂੰ ਇਸ ਨੂੰ ਬੁੱਝ ਲਵੇਂ ਵੀ ਇਹ ਵੀ ਰਹਿਮਤ ਵਾ ਉਸ ਦੀ, ਰੂਪ ਰੰਗ ਜਾਤ ਜੋਬਨ ਜੋ ਕੁਛ ਵੀ ਆ ਇਹ ਵੀ ਉਸ ਦੀ ਰਹਿਮਤ ਹੀ ਆ। ਤੇ ਉਹਦੇ ਰਹਿਮਤ ਤੋਂ ਬਿਨਾ ਵਿਣ ਕਰਮਾਂ ਕੇ ਮਿਲੇ ਲਈ ਕੁਛ ਮਿਲਦਾ ਹੀ ਨਹੀਂ ਹੈ। ਜੇ ਸੁੰਦਰਤਾ ਉਸ ਦੀ ਰਹਿਮਤ ਵਾ ਤੇ ਕਾਲਾ ਰੰਗ ਵੀ ਉਸ ਦੀ ਰਹਿਮਤ ਵਾ। ਇਹ ਭੁਲੇਖੇ ਚ ਨਾ ਜੀਣਾ ਕਿ ਸੁੰਦਰ ਸਰੂਪ ਹੈ ਕਿ ਸੁੰਦਰ ਰੂਪ ਨਹੀਂ ਉਸ ਦੀ ਦਾਤ, ਕਾਲਾ ਰੰਗ ਵੀ ਉਸ ਦੀ ਦਾਤ ਹੈ। ਹਾਂਜੀ, ਮੈਂ ਇੱਥੋਂ ਤੱਕ ਵੀ ਮਹਾਰਾਜ ਨੇ ਬਾਣੀ ਚ ਕਿਹਾ ਕਿ ਤੇਰੇ ਰੂਪ ਅਨੰਤਾ, ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਐ ਰੱਬਾ ਕਿਤੇ ਤੂੰ ਕਾਲੇ ਰੂਪ ਰੰਗ ਵਿੱਚ ਆ, ਕਿਤੇ ਤੂੰ ਸੋਹਣੇ ਰੂਪ ਵਿੱਚ ਵਾਂਗਾ ਰੰਗ ਵਿੱਚ। ਤੋ ਇਹਦਾ ਇਹ ਅਰਥ ਵਾ ਕਿ ਜੇਤੀ ਸਿਰਟ ਜੋ ਕੁਛ ਧਰਤੀ ਤੇ ਹੋਇਆ, ਕਿੰਨੇ ਕਿੰਨੇ ਸੁੰਦਰ ਫੁੱਲ ਨੇ, ਕਿੰਨੇ ਕਿੰਨੇ ਸੁੰਦਰ ਪਹਾੜ ਨੇ, ਕਿੰਨੇ ਕਿੰਨੇ ਸੁੰਦਰ ਦਰਿਆ ਵਗ ਰਹੇ ਨੇ, ਇਹ ਕਿਸ ਨੇ ਸੁੰਦਰਤਾ ਲਿਆਂਦੀ ਧਰਤੀ ਉੱਤੇ। ਆਹ ਹੇਮਕੁੰਟ ਸਾਹਿਬ ਜਾਓ, ਉੱਥੇ ਇੱਕ ਫੁੱਲਾਂ ਦੀ ਵਾੜੀ ਹੈ ਤੇ 800 ਤਰ੍ਹਾਂ ਦੇ ਫੁੱਲ ਵਾ ਉਸ ਵਾੜੀ ਦੇ ਅੰਦਰ, 800 ਤਰ੍ਹਾਂ ਦੇ। ਉਹ ਕਿਸੇ ਨੇ ਉਗਾਏ ਨਹੀਂ ਹੈ, ਕਿਸੇ ਨੇ ਲਾਏ ਨਹੀਂ ਹੈ, ਇਹ ਵਿਣ ਕਰਮਾਂ ਕੇ ਮਿਲੇ ਲਈ। ਇਹ ਉਹਦੀ ਰਹਿਮਤ ਨਾਲ ਸਭ ਕੁਝ ਹੋਇਆ ਵਾ, ਉਹਦੀ ਕਿਰਪਾ ਨਾਲ ਹੀ ਹੋਇਆ ਵਾ। ਤੇ ਬੰਦਿਆ ਤੂੰ ਵੀ ਉਸ ਦੀ ਰਹਿਮਤ ਦਾ ਹੀ ਸਦਕਾ ਤੂੰ ਵੀ ਬਣਿਆ ਹੋਇਆ ਵਾ। ਤੇ ਤੂੰ ਬੁੱਝ ਲਾ ਤੇ ਹੁਕਮੇ ਕਹੇ ਨਾਨਕ ਹੁਕਮੇ, ਜੇ ਬੁੱਝੇ ਤੂੰ ਬੁੱਝ ਲਵੇਂ ਤੇ ਫਿਰ ਤੂੰ ਉਹਦੇ ਹੁਕਮ ਚ ਆ ਜਾਏਗਾ। ਫਿਰ ਤੈਨੂੰ ਇਹ ਰੂਪ ਰੰਗ ਧਨ ਦੋ ਯੋਬਨ ਤੈਨੂੰ ਦਿਖਾਏਗਾ ਨਹੀਂ, ਕਿਉਂਕਿ ਤੂੰ ਉਹ ਵੀ ਉਸ ਦੀ ਰਹਿਮਤ ਵਾ। ਕੋਈ ਬਹੁਤ ਵੱਡੀ ਦੌਲਤ ਮਿਲੀ ਹੋਈ ਆ, ਬਹੁਤ ਵੱਡਾ ਰੂਪ ਮਿਲਿਆ ਹੋਇਆ, ਬਹੁਤ ਵੱਡੀ ਸੁੰਦਰਤਾ ਮਿਲੀ ਹੋਈ ਆ, ਬਹੁਤ ਵੱਡਾ ਦਿਲ ਦਿਮਾਗ ਮਿਲਿਆ ਹੋਇਆ, ਬਹੁਤ ਵੱਡਾ ਤੂੰ ਸਿਆਣਾ ਵਾ, ਬਹੁਤ ਵੱਡਾ ਤੂੰ ਗਿਆਨੀ ਆ, ਬਹੁਤ ਵੱਡਾ ਤੂੰ ਚਤਰ ਵਾ। ਤੇ ਜੇ ਤੂੰ ਕਹਿ ਦੇ ਉਹਦੀ ਰਹਿਮਤ ਆ ਤੇ ਫਿਰ ਇਹ ਤੈਨੂੰ ਤੰਗ ਨਹੀਂ ਕਰਨਗੇ। ਤੇ ਜੇ ਹੋ ਜਾਣੇ ਭਗਤ ਗਿਆਨੀ, ਤੇ ਤੂੰ ਗਿਆਨ ਆਪਣੇ ਆਪ ਨਾਲ ਜੋੜ ਲਿਆ ਵੀ ਮੈਂ ਗਿਆਨੀ ਆ। ਤੇ ਮਾਰ ਕੇ ਜੇ ਹੋ ਜਾਣੇ ਭਗਤ ਗਿਆਨੀ, ਆਗੇ ਠਾਕਰ ਤਿਲ ਨਹੀਂ ਮਾਨੀ। ਤੇ ਤੀਰਥ ਤਾਂ ਮੈਂ ਨਹਾਵਾਂ ਜੇ ਉਸ ਨੂੰ ਭਾਉਂਦਾ ਹੈ, ਤੇ ਉਸ ਨੂੰ ਭਾਉਂਦਾ ਨਹੀਂ ਤੇ ਮੈਂ ਨਹਾਉਂਦਾ ਨਹੀਂ ਆ। ਇਹਦਾ ਇਹ ਮਤਲਬ ਨਹੀਂ ਕਿ ਨਹਾਉਣਾ ਨਹੀਂ ਆ, ਨਹਾਉਣਾ ਵਾ, ਪਰ ਇਹ ਰੱਬ ਨੂੰ ਭਾਉਣ ਵਾਸਤੇ ਨਹੀਂ ਨਹਾਉਣਾ, ਇਹ ਸਰੀਰ ਵਾਸਤੇ ਨਹਾਉਣਾ। ਠੀਕ ਹੈ। ਤੀਸਰਾ ਵਿਸ਼ਾ ਹੁਣ ਜਿਹੜਾ ਹੈ ਇੱਥੋਂ ਤੱਕ ਕਲੀਅਰ ਹੋ ਗਿਆ ਨਾ ਵੀ ਜੇਤੀ ਵਿਣ ਕਰਮਾਂ ਕੇ, ਇਹ ਜੋ ਕੁਛ ਧਰਤੀ ਤੇ ਹੋਇਆ ਇਹ ਰੱਬ ਦੀ ਰਹਿਮਤ ਨਾਲ ਹੀ ਹੋਇਆ ਵਾ। ਉਸ ਤੋਂ ਬਿਨਾਂ ਇੱਕ ਰੇਤ ਦਾ ਕਿਣਕਾ ਨਹੀਂ ਬਣ ਸਕਦਾ, ਉਸ ਦੀ ਰਹਿਮਤ ਤੋਂ ਬਿਨਾਂ ਇੱਕ ਬੂੰਦ ਪਾਣੀ ਦੀ ਨਹੀਂ ਬਣ ਸਕਦੀ। ਕੋਈ ਧਰਤੀ ਤੇ ਬੰਦਾ ਇੱਕ ਬੂੰਦ ਪਾਣੀ ਦੀ ਨਹੀਂ ਬਣਾ ਸਕਦਾ। ਤੇ ਏਡੇ ਏਡੇ ਵੱਡੇ ਸਮੁੰਦਰ ਦਰਿਆ ਜਿਸ ਤੇ ਹੋਵੇ ਲੱਖ ਦਰਿਆਓ, ਇਹ ਉਸ ਤੋਂ ਹੋਏ ਨੇ, ਇਹ ਉਸਨੇ ਕੀਤੇ ਹੋਏ ਨੇ। ਉਸ ਤੋਂ ਬਿਨਾਂ ਦਰਿਆ ਨਹੀਂ ਸੀ ਚੱਲ ਸਕਦੇ, ਉਸਨੇ ਕੀਤੇ ਨੇ। ਵਿਣ ਕਰਮਾਂ ਕੇ, ਉਹਦੀ ਰਹਿਮਤ ਤੋਂ ਬਿਨਾਂ ਮਿਲੇ ਲਈ ਕੀ ਮਿਲਦਾ ਹੈ, ਕੀ ਹੁੰਦਾ ਹੈ? ਕੁਛ ਵੀ ਨਹੀਂ ਹੁੰਦਾ। ਉਹਦੀ ਰਹਿਮਤ ਤੋਂ ਬਿਨਾਂ ਸੂਰਜ ਚੜ੍ਹ ਸਕਦਾ ਹੈ? ਉਹਦੀ ਰਹਿਮਤ ਤੋਂ ਬਿਨਾਂ ਬੱਦਲ ਆ ਸਕਦਾ ਹੈ? ਉਹਦੀ ਰਹਿਮਤ ਤੋਂ ਬਿਨਾਂ ਬੱਦਲ ਵਰਸ ਸਕਦਾ ਹੈ? ਉਹਦੇ ਆਂਦੇ ਨੇ ਇੱਕ ਹੋਰ ਗੱਲ ਕਹਿੰਦੇ ਹੁੰਦੇ ਆ ਕਿ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਹਨੇਰੀ ਆਊਗੀ ਤੇ ਪੱਤਾ ਹਿੱਲੂਗਾ ਨਾ, ਤੇ ਹਨੇਰੀ ਵੀ ਉਹਦੀ ਰਹਿਮਤ ਨਾਲ ਹੀ ਆਉਣੀ ਹੈ। ਇਹਦਾ ਦੂਸਰਾ ਇਹ ਵੀ ਆ ਕਿ ਉਹਦੀ ਰਹਿਮਤ ਤੋਂ ਬਿਨਾਂ ਪੱਤ ਝੜ ਨਹੀਂ ਆ ਸਕਦੀ, ਤੇ ਉਹਦੀ ਰਹਿਮਤ ਤੋਂ ਬਿਨਾਂ ਨਵਾਂ ਪੱਤਾ ਨਹੀਂ ਆ ਸਕਦਾ ਰੁੱਖ ਦੇ ਵਿੱਚੋਂ। ਕੋਈ ਬੰਦਾ ਇੱਕ ਪੱਤਾ ਰੁੱਖ ਚੋਂ ਕੱਢ ਕੇ ਵਿਖਾਵੇ, ਨਹੀਂ ਕੱਢਿਆ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਸਮਾਧ ਹੋਏ ਜਾਂਦੇ ਨੇ ਕਿ ਭੀਤਰ ਅਗਨ ਬਨਸਪਤ ਮੌਲੀ,
ਅੱਗ ਦੇ ਵਿੱਚੋਂ ਫੁੱਲ ਪੈਦਾ ਹੋ ਰਹੇ ਨੇ। ਲੱਕੜੀ ਅੱਗ ਵਾ ਤੇ ਅੱਗ ਵਿੱਚੋਂ ਫੁੱਲ ਪੈਦਾ ਹੋ ਰਹੇ ਨੇ। ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੇ ਪਾਇਆ। ਤੇ ਐਡੇ ਵੱਡੇ ਸਾਗਰ ਨੂੰ ਉਹਨੇ ਪੰਡ ਵਿੱਚ ਬੰਨ ਕੇ ਰੱਖਿਆ ਹੋਇਆ ਵਾ। ਵਿਣ ਕਰਮਾ ਕੇ, ਇਹ ਰਹਿਮਤ ਤੋਂ ਬਿਨਾਂ ਕਿਵੇਂ ਹੋ ਗਿਆ ਵਾ? ਇਹ ਰਹਿਮਤ ਤੋਂ ਬਿਨਾਂ ਦਰਿਆ ਸਾਨੂੰ ਕਿਵੇਂ ਮਿਲ ਗਏ ਨੇ? ਰਹਿਮਤ ਤੋਂ ਬਿਨਾਂ ਰੁੱਖ ਕਿਵੇਂ ਮਿਲ ਗਏ ਨੇ? ਰਹਿਮਤ ਤੋਂ ਬਿਨਾਂ ਪਹਾੜ ਕਿਵੇਂ ਮਿਲ ਗਏ ਨੇ? ਉਹਦੀ ਰਹਿਮਤ ਤੋਂ ਬਿਨਾਂ ਚਾਂਦੀ ਸੋਨਾ ਲੋਹਾ ਧਰਤੀ ਵਿੱਚ ਕਿਸਨੇ ਪਾ ਦਿੱਤਾ ਹੈ? ਉਸਦੀ ਰਹਿਮਤ ਤੋਂ ਬਿਨਾਂ ਧਰਤੀ ਵਿੱਚ ਪਾਣੀ ਕਿਸਨੇ ਪਾ ਦਿੱਤਾ? ਉਸਦੀ ਰਹਿਮਤ ਤੋਂ ਬਿਨਾਂ ਧਰਤੀ ਵਿੱਚ ਕੋਲਾ ਕਿਸਨੇ ਪੈਦਾ ਕੀਤਾ ਹੋਇਆ ਵਾ? ਇਹ ਲੋਹੇ ਦੇ ਪਹਾੜ ਕਿਸਨੇ ਪੈਦਾ ਕੀਤੇ ਹੋਏ ਨੇ? ਜਿੱਥੇ ਹੁਣ ਜੰਗ ਲੱਗੀ ਆ, ਜੋ ਕਰੇਕ ਕੀ ਨਾਮ ਉਹਦਾ, ਉੱਥੇ ਧਰਤੀ ਵਿੱਚ ਸੋਨਾ ਵਾ। ਉਹ ਕਿਸਨੇ ਪੈਦਾ ਕੀਤਾ ਹੋਇਆ ਵਾ? ਵਿਣ ਕਰਮਾ ਕੇ ਮਿਲੇ ਲਈ। ਉਹਦੀ ਰਹਿਮਤ ਤੋਂ ਬਿਨਾਂ ਨਹੀਂ ਕੁਛ ਮਿਲਿਆ। ਜੋ ਕੁਛ ਮਿਲਿਆ ਹੈ ਉਹਦੀ ਰਹਿਮਤ ਨਾਲ ਮਿਲਿਆ ਵਾ। ਅਗਲੀ ਤੁਕ ਵਾ ਹੁਣ ਜਿਹੜੀ, ਇੱਥੇ ਤਾਂ ਲੋਕੀ ਥੋੜਾ ਜਿਹਾ ਟਪਲਾ ਖਾ ਜਾਂਦੇ ਨੇ, ਉਹ ਆਪਣੇ ਤੇ ਲਾ ਦਿੰਦੇ ਨੇ ਕਿ ਮੈਨੂੰ ਜੋ ਕੁਛ ਮਿਲਿਆ। ਤੈਨੂੰ ਕੱਲੇ, ਤੇਰੀ ਕੱਲੇ ਦੀ ਗੱਲ ਨਹੀਂ ਹੈ। ਤੈਨੂੰ ਪਰਿਵਾਰ ਮਿਲਿਆ ਵਾ, ਤੈਨੂੰ ਧਨ ਦੌਲਤ ਮਿਲੀ ਆ, ਠੀਕ ਹੈ, ਇਹ ਵੀ ਉਸਦੀ ਰਹਿਮਤ ਵਾ। ਜੇ ਮਿਲੀ ਆ ਤੈਨੂੰ, ਤਾਂ ਨਹੀਂ ਮਿਲੀ ਤੇ ਇਹ ਵੀ ਰਹਿਮਤ ਹੀ ਸਮਝ ਲਾ। ਫਿਰ ਕਿਤੇ ਆ ਦੁੱਖ ਭੂਖ, ਤੈਨੂੰ ਭੁੱਖ ਮਿਲੀ ਹੋਈ ਆ ਤੇ ਇਹ ਵੀ ਉਸਦੀ ਰਹਿਮਤ ਹੀ ਸਮਝ ਲੈ। ਤੈਨੂੰ ਦੁੱਖ ਮਿਲਿਆ ਹੋਇਆ ਤੇ ਇਹ ਵੀ ਉਸਦੀ ਰਹਿਮਤ ਹੀ ਸਮਝਾ। ਵਿਣ ਕਰਮਾ ਕੇ ਮਿਲੇ ਲਈ, ਦੁੱਖ ਤੇ ਭੁੱਖ ਉਹਦੀ ਰਹਿਮਤ ਤੋਂ ਬਿਨਾਂ ਮਿਲਦਾ ਹੀ ਨਹੀਂ ਹੈ। ਅਗਲੀ ਗੱਲ ਸੀ ਹੁਣ ਜਿਹੜੀ ਹੈ ਮਹਾਰਾਜ ਨੇ ਕਹੀ ਹੈ ਕਿ ਮਤ ਵਿੱਚ ਰਤਨ, ਕਿਉਂਕਿ ਕਥਾ ਲੰਮੀ ਹੋ ਜਾਂਦੀ ਫਿਰ ਸੁਣਦੇ ਨਹੀਂਗੇ ਪ੍ਰੇਮੀ, ਕਹਿੰਦੇ ਥੋੜੀ ਛੋਟੀ ਗੱਲ ਕਰਿਆ ਕਰੋ। ਅਗਲੀ ਤੋਕਾ ਕਿ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਾਰ ਕਹਿੰਦੇ ਤੂੰ ਆਸਾ ਦੀ ਵਾਰ ਸੁਣ ਕੇ ਇੱਕ ਦਿਨ ਹੀ ਵੇਖ ਲਾ, ਬਹੁਤਾ ਨਹੀਂ ਅਸੀਂ ਤੈਨੂੰ ਸਿਆਪਾ ਪਾਉਂਦੇ। ਤੂੰ ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਪੜ੍ਹ ਕੇ ਤੇ ਇੱਕ ਦਿਨ 3 ਘੰਟੇ ਦੀ ਆਸਾ ਦੀ ਵਾਰ ਸੁਣ ਕੇ ਵੇਖ। ਇੱਕ ਦਾ ਮਤਲਬ ਇਹ ਨਹੀਂ ਵੀ ਇੱਕ ਵਾਰੀ ਵਾਹਿਗੁਰੂ ਸੁਣਨਾ, ਇੱਕ ਦਾ ਅਰਥ ਹੁੰਦਾ ਹੈ ਸੁਣ ਕੇ ਵੇਖ। ਤੂੰ ਇੱਕ ਵਾਰੀ ਸੁਣ ਕੇ ਵੇਖ, ਇੱਕ ਵਾਰੀ ਤੂੰ ਗੁਰੂ ਕੀ ਬਾਣੀ ਸੁਣ ਕੇ ਵੇਖ ਸਹੀ। ਤੂੰ ਜਿਨ੍ਹਾਂ ਨੇ ਸੁਣੀ ਆ ਨਾ, ਉਹਨਾਂ ਨੂੰ ਕਿਉਂ ਕੀ ਹੋਇਆ? ਮਤ ਵਿੱਚ ਰਤਨ, ਸਾਡੀ ਮਤ ਵਿੱਚ ਕੀ ਆ? ਜਿਹੜੇ ਬਾਣੀ ਨਹੀਂ ਸੁਣਦੇ ਉਹਨਾਂ ਦੀ ਮਤ ਵਿੱਚ ਕੀ ਆ? ਗਾਲਾਂ ਨੇ, ਕ੍ਰੋਧ ਵਾ, ਭੈੜ ਵਾ, ਈਰਖਾ ਵਾ, ਕ੍ਰੋਧ ਵਾ, ਇਹ ਮਤ ਵਿੱਚ ਨੇ ਸਾਰੀਆਂ ਚੀਜ਼ਾਂ। ਛੋਟੀ ਜਿਹੀ ਗੱਲ ਪਿੱਛੇ ਲੜ ਪੈਣਾ, ਇਹ ਮਤ ਵਿੱਚ ਕ੍ਰੋਧ ਵਾ। ਛੋਟੀ ਜੀ ਗੱਲ ਪਿੱਛੇ ਕਿਸੇ ਨੂੰ ਡੰਡਾ ਫੇਰ ਦੇਣਾ, ਡੰਡਾ ਫੜ ਲੈਣਾ, ਕੁੱਟ ਦੇਣਾ, ਕਿਸੇ ਦੇ ਮਗਰ ਲੱਗ ਜਾਣਾ, ਇਹ ਮਤ ਸਾਡੀ ਦੇ ਵਿੱਚ ਇਹ ਭੈੜੀਆਂ ਚੀਜ਼ਾਂ ਨੇ। ਤੇ ਜੇ ਗੁਰੂ ਤੇਗ ਬਹਾਦਰ ਉੱਤੇ ਗੋਲੀ ਚਲਾਈ ਤੇ ਗੁਰੂ ਤੇਗ ਬਹਾਦਰ ਦੇ ਮਤ ਵਿੱਚ ਕੀ ਸੀ? ਮਤ ਵਿੱਚ ਰਤਨ ਜਵਾਹਰ ਮਾਨਕ। ਤੇ ਕੀ ਕਿਹੜਾ ਮਾਨਕ ਅੰਦਰੋਂ ਨਿਕਲਿਆ ਜਦੋਂ ਧੰਨ ਗੁਰੂ ਤੇਗ ਬਹਾਦਰ ਉੱਤੇ ਸੀਹੇ ਮਸੰਦ ਨੇ ਧੀਰਮਲ ਨੇ ਸੀਹੇ ਮਸੰਦ ਰਾਹੀਂ ਗੋਲੀ ਚਲਾਈ ਤੇ ਗੁਰੂ ਦੀ ਮੱਤ ਵਿੱਚੋਂ ਕਿਹੜਾ ਜਵਾਹਰ ਰਤਨ ਨਿਕਲਿਆ? ਗੋਲੀ ਧੰਨ ਗੁਰੂ ਤੇਗ ਬਹਾਦਰ ਦੀ ਕੰਧ ਨੂੰ ਆਣ ਕੇ ਲੱਗੀ ਜਿੱਥੇ ਬੈਠੇ ਸਨ, ਤੇ ਮੱਤ ਵਿੱਚੋਂ ਕੀ ਨਿਕਲਿਆ? ਭਲੇ ਧੀਰ ਮਲ ਭਲੇ, ਭਲੇ ਧੀਰ ਮਲ ਭਲੇ। ਤੇਰਾ ਭਲਾ ਹੋਵੇ ਭਾਈ, ਤੇਰਾ ਭਲਾ ਹੋਵੇ। ਕਿਉਂ? ਮੱਤ ਵਿੱਚ ਰਤਨ, ਇਹਨੂੰ ਰਤਨ ਕਹਿੰਦੇ ਆ। ਬੁਰੇ ਨੂੰ ਵੀ ਕਹਿ ਦੇਣਾ ਤੇਰਾ ਭਲਾ ਹੋਵੇ। ਪਰਮੇਸ਼ਰ ਤੈਨੂੰ ਵੀ ਸਮੱਥ ਦੇਵੇ, ਪਰਮੇਸ਼ਰ ਤੇਰਾ ਵੀ ਭਲਾ ਕਰੇ। ਇਹ ਆ ਤੁਹਾਡੀ ਮੱਤ ਵਿੱਚ। ਜੇ ਗੁਰੂ ਨਾਲ ਜੁੜੇ ਹੋ ਤੇ ਇਹ ਤੁਹਾਡੀ ਮੱਤ ਵਿੱਚ, ਇਹ ਰਤਨ ਵਾ ਤੁਹਾਡੀ ਮੱਤ ਵਿੱਚ। ਇਹ ਰਤਨ ਕਿੱਥੋਂ ਮਿਲਦਾ ਹੈ? ਇੱਕ ਫਰਦੋਸ਼ੀ ਕਵੀ ਹੋਇਆ, ਉਹਨੇ ਲਿਖਿਆ ਹੈ, ਖੁਸ਼ ਗੁਫਤਮ ਫਰਦੋਸ਼ੀਏ ਖੁਸ਼ ਜ਼ੁਬਾਨ, ਸਤਾਬੀ ਬਵਦਕਾਰ ਆਹਰ ਮਨਾ। ਜਿਹੜਾ ਬੰਦਾ ਕਾਲੀ ਜਲਦਬਾਜ਼ੀ ਕਰਦਾ ਹੈ, ਕਾਲੀ ਬਹੁਤ ਕਾਲੀ ਜਿਹਦੇ ਅੰਦਰ, ਉਹ ਬੰਦਾ ਸ਼ੈਤਾਨ ਹੁੰਦਾ ਹੈ।
ਉਹਦੀ ਮੱਤ ਵਿੱਚ ਕੋਈ ਰਤਨ ਨਹੀਂ ਹੁੰਦਾ। ਉਹਦੀ ਮੱਤ ਵਿੱਚ ਭੈੜ ਹੁੰਦਾ ਵਾ, ਕ੍ਰੋਧ ਹੁੰਦਾ ਹੈ, ਹੰਕਾਰ ਹੁੰਦਾ ਹੈ, ਈਰਖਾ ਹੁੰਦੀ ਹੈ, ਸਾੜਾ ਹੁੰਦਾ ਹੈ, ਵੈਰ ਹੁੰਦਾ ਹੈ। ਤੇ ਜਿਹੜੇ ਗੁਰੂ ਕੀ ਗੱਲ ਬੈਠ ਕੇ ਸੁਣਦੇ ਨੇ, ਆਸਾ ਦੀ ਵਾਰ ਸੁਣਦੇ ਨੇ, ਜਪਜੀ ਸਾਹਿਬ ਸੁਣਦੇ ਨੇ, ਗੁਰਾਂ ਇੱਕ ਮਾਫ ਕਰਨਾ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਿਨ੍ਹਾਂ ਜਿਨ੍ਹਾਂ ਨੇ ਸੁਣੀ ਉਹ ਧੀਰ ਜਵਾਨ ਹੋ ਗਏ ਨੇ। ਇੱਕ ਹੋਰ ਗੱਲ ਹੈ ਕਿ ਜੋ ਬੰਦਾ ਪਰਮੇਸ਼ਰ ਦਾ ਨਾਮ ਸੁਣਦਾ ਹੈ ਨਾ, ਅੱਗੇ ਚੱਲ ਕੇ ਇਹਦੀ ਸੁਣਦੀ ਆਪਾਂ ਵਿਆਖਿਆ ਕਰਨੀ ਹੈ। ਦੁਨੀਆ ਟਿਕਟੋਕ ਨੂੰ ਸੁਣਦੀ ਆ, ਦੁਨੀਆ ਮਸਕਰੀਆਂ ਕਰਨ ਵਾਲਿਆਂ ਨੂੰ ਸੁਣਦੀ ਆ, ਰਾਗੀਆਂ ਨੂੰ ਬਹੁਤ ਘੱਟ ਲੋਕ ਸੁਣਦੇ ਨੇ। ਮਰ ਕਹਿੰਦੇ ਜਿਹੜੇ ਸੁਣਦੇ ਆ ਨਾ ਉਹ ਕੌਣ ਹੁੰਦੇ ਨੇ ਲੋਕ? ਜੋ ਬੰਦਾ ਨਾਮ ਸੁਣੂਗਾ ਤਿਉਂ ਚਿੱਤ ਟਿਕਦਾ ਜਾਵੇਗਾ। ਜਿਹੜੇ ਕਹਿੰਦੇ ਨੇ ਸਾਡਾ ਚਿੱਤ ਟਿਕਦਾ ਨਹੀਂ ਹੈ, ਸਵੇਰੇ 5 ਬਾਣੀਆਂ ਕਰੋ, ਮੁੜ ਕੇ ਆਸਾ ਦੀ ਵਾਰ ਸੁਣੋ, ਨਹੀਂ ਟਿਕਿਆ ਚਿੱਤ, ਸੁਖਮਨੀ ਸਾਹਿਬ ਦਾ ਗੁਟਕਾ ਫੜ ਲਓ, ਨਹੀਂ ਸੁਣਿਆ ਟਿਕਿਆ, ਫੇਰ ਅਜੇ ਵੀ ਨਹੀਂ ਟਿਕਿਆ, ਕਥਾ ਸੁਣ ਲਓ, ਨਹੀਂ ਟਿਕਿਆ ਇਤਿਹਾਸ ਪੜ੍ਹੋ, ਫੇਰ ਸ਼ਾਮੀ ਅਭਿਆਸ ਕਰੋ, ਨਹੀਂ ਟਿਕਿਆ ਕਿਸੇ ਗੁਰਮੁਖ ਦੀ ਸੰਗਤ ਕਰ ਲਓ। ਇਹ ਦਿਹਾੜੀ ਦੀ ਕਿਰਿਆ ਵਾ। ਇੱਕ ਤਪਲਾ ਸਿੱਖਣਾ ਹੋਵੇ, ਹਾਰਮੋਨੀਆ ਸਿੱਖਣਾ ਹੋਵੇ ਤੇ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ, ਤੇ ਚਿੱਤ ਨੂੰ ਟਿਕਾਉਣਾ ਤੇ 7 ਮਿੰਟਾਂ ਦੀ ਜਪਜੀ ਸਾਹਿਬ ਨਾਲ ਚਿੱਤ ਨੂੰ ਟਿਕਾਉਣਾ ਚਾਹੁੰਦਾ ਹੈ। 7 ਮਿੰਟਾਂ ਦੀ ਜਪਜੀ ਸਾਹਿਬ, ਇਹ 7 ਮਿੰਟਾਂ ਦੀ ਜਪਜੀ ਸਾਹਿਬ ਨਾਲ ਨਹੀਂ, ਇਹ 7 ਘੰਟਿਆਂ ਦੀ ਬਾਣੀ ਨਾਲ ਟਿਕਣਾ ਹੈ ਚਿੱਤ। ਇੱਥੇ ਉਹ ਕੱਲ ਵੀ ਕੋਈ ਕਹਿੰਦੇ, ਮੈਂ ਤੁਸੀਂ ਕਿਸੇ ਦੀ ਸ਼ਿਕਾਇਤ ਆਈ ਵੀ ਸਾਡਾ ਬਾਪੂ ਪਾਠ ਬੜੀ ਛੇਤੀ ਕਰ ਲੈਂਦਾ ਜਪਜੀ ਸਾਹਿਬ ਦਾ। ਉਹ ਕੱਲ ਮੇਰੇ ਕੋਲ ਕਥਾ ਸੁਣਨ ਆਏ, ਮੈਂ ਤੁਹਾਡੀ ਸ਼ਿਕਾਇਤ ਆਈ ਤੁਸੀਂ ਜਪਜੀ ਸਾਹਿਬ ਦਾ ਪਾਠ ਬੜੀ ਛੇਤੀ ਕਰਦੇ। ਕਹਿੰਦੇ ਚਾਹ ਬਣ ਕੇ ਆ ਜਾਂਦੀ ਲਾਗੇ ਤੋਂ ਠੰਡੀ ਹੋ ਦਿਖਦੇ ਵੀ ਠੰਡੀ ਹੋ ਜਾਣੀ, ਛੇਤੀ ਕੰਮ ਮੁਕਾ ਕੇ ਪਰਾਂ ਹੋ ਜਾਈਦਾ। ਤੇ ਏਦਾਂ ਮੈਂ ਕਦੀ ਚਿੱਤ ਟਿਕਣ ਦੀ ਕੋਈ ਆਸ ਰੱਖਦੇ ਹੋ ਤੁਸੀਂ? ਕਦੀ ਵੀ ਨਹੀਂ ਟਿਕ ਸਕਦਾ। ਇਹ 7 ਮਿੰਟਾਂ ਦੀ ਨਾਲ ਜਪਜੀ ਸਾਹਿਬ ਦੀ ਨਾ ਟਿਕਣਾ ਹੈ। ਰੋਜ਼ ਦੇ 7 ਘੰਟੇ ਦਿਓ। ਜਿਨ੍ਹਾਂ ਨੇ ਤਬਲਾ ਸਿੱਖਿਆ ਨਾ, ਹਾਰਮੋਨੀਆ ਸਿੱਖਿਆ, ਉਹਨਾਂ ਨੂੰ ਪਤਾ, ਉਹਨਾਂ ਨੇ 8-8 ਘੰਟੇ ਮਿਹਨਤ ਕੀਤੀ ਰੋਜ਼ ਦੀ। ਤਬਲੇ ਨੂੰ ਤਾਲ ਵਿੱਚ ਲਿਆਉਣਾ ਤੇ 8 ਘੰਟੇ, ਹਾਰਮੋਨੀਆ ਨੂੰ ਤਾਲ 'ਚ ਲਿਆਉਣਾ ਤੇ ਰੋਜ਼ ਦੇ 8 ਘੰਟੇ, ਤੇ ਮਨ ਨੂੰ ਤਾਲ ਵਿੱਚ ਲਿਆਉਣਾ ਹੈ ਤੇ 7 ਮਿੰਟ ਦੀ ਸੁਖਮਨੀ ਸਾਹਿਬ, 7 ਮਿੰਟ ਦੀ ਜਪਜੀ ਸਾਹਿਬ, 8 ਮਿੰਟਾਂ ਦੀ ਰਹਿ ਰਾਸ। ਫਿਰ ਕਹਿੰਦੇ ਚਿੱਤ ਨਹੀਂ ਟਿਕਦਾ। ਨਾ ਮਾਰੇ ਮੱਤ ਵਿੱਚ ਰਤਨ ਜਵਾਹਰ ਮਾਨਕ। ਬੰਦਿਆ ਜੇ ਤੈਨੂੰ ਗੁਰੂ ਕੀ ਬਾਣੀ ਸੁਣਦਾ ਚਿੱਤ ਤਰੀਕਾ ਆ ਗਿਆ ਨਾ, ਤੇ ਜਿਉਂ ਬੰਦਾ ਰੱਬ ਦਾ ਨਾਮ ਸੁਣਦਾ ਜਾਏਗਾ ਤੇ ਸੁਣਿਆ ਲਾਗੇ ਸਹਿਜ ਧਿਆਨ। ਪੰਚਾਂ ਕਾ ਗੁਰ ਏਕ ਧਿਆਨ। ਜਦੋਂ ਧਿਆਨ ਇੱਕ ਹੋ ਜਾਂਦਾ ਹੈ, ਜਦੋਂ ਧਿਆਨ ਟਿਕ ਜਾਂਦਾ ਹੈ, ਉਦੋਂ ਹੀ ਮੱਤ ਵਿੱਚੋਂ ਰਤਨ ਪ੍ਰਗਟ ਹੁੰਦਾ। ਪਹਿਲਾਂ ਨਹੀਂ ਕੋਈ ਮੱਤ ਵਿੱਚ ਰਤਨ ਹੈਗਾ ਨਾ। ਜਿਹਦਾ ਚਿੱਤ ਟਿਕ ਜਾਂਦਾ ਨਾ, ਉਹ ਦੁਨੀਆ ਤੇ ਸਭ ਤੋਂ ਸਿਆਣਾ ਬੰਦਾ ਹੁੰਦਾ ਹੈ। ਠੀਕ ਆ, ਉਹਨੂੰ ਭਾਸ਼ਾ ਨਾ ਵੀ ਆਉਂਦੀਆਂ ਹੋਣ, ਪਰ ਗੁਰਬਾਣੀ ਕਹਿੰਦੀ ਹੈ ਕਿ ਧੂਰ ਤਸੋਈ ਜੇ ਧੁਰ ਕੋ ਲਾਗੇ। ਉਹ ਦੁਨੀਆ ਦੇ ਸਭ ਤੋਂ ਵੱਡਾ ਸਿਆਣਾ ਬੰਦਾ ਹੈ ਜਿਹਦਾ ਚਿੱਤ ਟਿਕ ਗਿਆ ਹੈ। ਇਹ ਕਿਸ ਦਾ ਟਿਕਦਾ ਹੀ ਨਹੀਂ ਹੈ। ਤੁਸੀਂ ਘਰ ਵਿੱਚ ਕੋਈ ਹੋਏ ਨਾ, ਕੋਈ ਪ੍ਰੋਗਰਾਮ ਹੋਵੇ, ਵਿਆਹ ਸ਼ਾਦੀ ਕੁਛ ਵੀ ਹੋਵੇ, ਉਦੋਂ ਤੁਹਾਨੂੰ ਘਰ ਵਿੱਚੋਂ ਕੋਈ ਪਈ ਹੋਈ ਚੀਜ਼ ਨਹੀਂ ਲੱਭਦੀ। ਕਾਰਨ ਕਿ ਉਦੋਂ ਬੰਦੇ ਦਾ ਚਿੱਤ ਜਿਹੜਾ ਨਾ ਉਹ ਭਟਕ ਰਿਹਾ ਹੁੰਦਾ। ਤੇ ਜਦੋਂ ਉਹ ਪ੍ਰੋਗਰਾਮ ਸਮਾਪਤ ਹੋ ਜੇ ਘਰ ਦਾ ਕੋਈ ਵੀ, ਤੇ ਮੁੜ ਕੇ ਹਰੇਕ ਚੀਜ਼ ਸਾਹਮਣੇ ਪਈ ਦਿਖ ਜਾਂਦੀ ਹੈ, ਕਿਉਂਕਿ ਚਿੱਤ ਟਿਕ ਜਾਂਦਾ ਥੋੜਾ ਜਿਹਾ। ਤੇ ਜਦੋਂ ਰੱਬ ਦੇ ਨਾਮ ਵਿੱਚ ਚਿੱਤ ਟਿਕ ਗਿਆ ਨਾ, ਬਾਬਾ ਅਤਰ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਕਿ
ਮਹਾਂਪੁਰਖਾਂ ਦੇ ਜ਼ਿੰਦਗੀਆਂ ਦੇ ਤਜਰਬੇ ਹੁੰਦੇ ਨੇ। ਤਾਈਓ ਤੇ ਬਾਣੀ ਨੇ ਕਿਹਾ ਕਿ ਬਈਏ ਪੜ੍ਹਿਆਂ ਪਾਸ, ਪੜ੍ਹਿਆਂ ਸੱਥ ਧਿਆਨ। ਜਿਨ੍ਹਾਂ ਦਾ ਧਿਆਨ ਜੁੜ ਗਿਆ ਨਾ, ਉਹ ਪੜ੍ਹੇ ਹੋਏ ਵਿਅਕਤੀ ਨੇ। ਕਬੀਰ ਸਾਹਿਬ ਅੱਖਰ ਨਹੀਂ ਪੜ੍ਹੇ, ਪਰ ਚਿੱਤ ਟਿਕਿਆ ਹੋਇਆ ਤੇ ਪੜ੍ਹੇ ਹੋਏ ਵਿਅਕਤੀ ਨੇ। ਬਾਬਾ ਅਤਰ ਸਿੰਘ ਨੂੰ ਕਿਸੇ ਨੇ ਕਿਹਾ, ਬਾਬਾ ਜੀ ਬ੍ਰਹਮ ਗਿਆਨ ਕੀ ਹੁੰਦਾ ਹੈ, ਸੰਤ ਕੀ ਹੁੰਦਾ ਹੈ? ਕਹਿਣ ਲੱਗੇ, ਤੁਸੀਂ ਬੈਠੇ ਹੋ ਤੇ ਪਿੱਛੋਂ ਆਣ ਕੇ ਕੋਈ ਲੱਤ ਮਾਰੇ ਤੁਹਾਨੂੰ, ਤੇ ਤੁਸੀਂ ਮੁੜ ਕੇ ਐ ਵੇਖੋ ਨਾ ਕਿਸ ਨੇ ਲੱਤ ਮਾਰੀ ਆ, ਇਸ ਨੂੰ ਬ੍ਰਹਮ ਗਿਆਨ ਕਹਿੰਦੇ ਆ। ਇੰਨਾ ਚਿੱਤ ਤੁਹਾਡਾ ਟਿਕਿਆ ਹੋਵੇ। ਗੁਰੂ ਅਮਰਦਾਸ ਨੂੰ ਲੱਤ ਮਾਰੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਨੇ। ਖਡੂਰ ਸਾਹਿਬ ਤੋਂ ਜਾ ਕੇ ਗੋਂਦਵਾਲ ਮੰਜੇ ਤੇ ਬੈਠੇ ਧੰਨ ਗੁਰੂ ਅਮਰਦਾਸ ਜੀ ਲੱਤ ਮਾਰੀ। ਤੇ ਉੱਥੇ ਕੋਈ ਸੈਂਕੜੇ ਗੁਰਸਿੱਖ ਬੈਠੇ ਸੀ। ਜਿੱਥੇ ਗੁਰੂ ਅਮਰਦਾਸ ਬੈਠੇ ਸੀ ਨਾ ਮੰਜੇ ਉੱਤੇ, ਸੰਗਤਾਂ ਆਲੇ ਦੁਆਲੇ ਬੈਠੀਆਂ ਸੀ। ਸੰਗਤਾਂ ਦੇ ਵਿੱਚ ਲੱਤ ਮਾਰੀ ਤੇ ਜੇ ਗੁਰੂ ਅਮਰਦਾਸ ਇਸ਼ਾਰਾ ਕਰਦੇ ਤੇ ਮਾਰ ਡੰਡੇ ਤੇ ਉਹਦਾ ਪੱਠਾ ਬਣਾ ਦਿੰਦੇ। ਤੇ ਗੁਰੂ ਅਮਰਦਾਸ ਨੇ ਉੱਠ ਕੇ ਉਹਨਾਂ ਦੇ ਚਰਨ ਫੜ ਲਏ। ਕਹਿਣ ਲੱਗੇ, ਤੁਹਾਨੂੰ ਕੋਈ ਸੱਟ ਤਾਂ ਨਹੀਂ ਜੀ ਲੱਗੀ? ਤੁਹਾਡੀ ਲੱਤ ਮੇਰੇ ਵੱਜ ਗਈ ਆ, ਤੁਹਾਨੂੰ ਕੋਈ ਸੱਟ ਤਾਂ ਨਹੀਂ ਲੱਗੀ? ਇਹ ਹੁੰਦਾ ਧਰਮੀਆਂ ਦੀ, ਐਵੇਂ ਬਿਨਾਂ ਮਤਲਬ ਤੋਂ ਛੋਟੀ ਛੋਟੀ ਗੱਲਾਂ ਉੱਤੇ ਕਿਰਪਾਨਾਂ ਤੇ ਡੰਡੇ ਚੁੱਕਣੇ। ਇਹ ਬੇਸਮਝ ਲੋਕਾਂ ਦੀ ਸੋਚ ਹੈ। ਇੱਕ ਵੈਸ਼ੀਆਨਾ ਮਹੱਲਾ ਜਿੱਥੇ ਸ਼ਰਾਬ ਤੇ ਕਬਾਬ ਚੱਲਦੇ ਨੇ ਤੇ ਜਿਸਮ ਫਰੋਸੀ ਦਾ ਧੰਦਾ ਹੁੰਦਾ ਦਿੱਲੀ ਦੇ ਵਿੱਚ, ਉੱਥੇ ਜਾ ਕੇ ਲਿਖ ਦੇਣਾ ਕਿ ਸਿੱਖ ਕੌਮ ਜੀਂਦੀ ਆ, ਬਦਲਾ ਲਊਗੀ। ਇਹ ਕਿੱਦਾਂ ਦੇ ਲੋਕ ਪੈਦਾ ਹੋਏ ਨੇ ਸਾਡੇ ਵਿੱਚ? ਇਹ ਕੋਈ ਕੌਮੀ ਮਸਲੇ ਨੇ? ਇਹ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਰਾਹੀਂ ਤੁਸੀਂ ਕੌਮ ਨੂੰ ਬਦਨਾਮ ਕਰਦੇ ਹੋ। ਨਹੀਂ, ਸਿਆਣਾ ਬੰਦਾ ਉਹ ਹੈ ਜਿਹਦਾ ਚਿੱਤ ਟਿਕ ਗਿਆ। ਤੇ ਜਿਹਦਾ ਚਿੱਤ ਟਿਕ ਗਿਆ, ਉਹਦੀ ਮੱਤ ਵਿੱਚ ਰਤਨ, ਉਹ ਰਤਨ ਕੋਈ ਨਹੀਂ ਗਾ, ਇਹ ਦਿਖਦੇ ਰਤਨ ਨਹੀਂ। ਅਮੋਲਕ ਵਿਚਾਰ ਉਸ ਬੰਦੇ ਦੇ ਹੋਣਗੇ ਜਿਹਦਾ ਚਿੱਤ ਟਿਕਿਆ ਹੋਇਆ। ਤੇ ਜਿਹਦਾ ਚਿੱਤ ਨਹੀਂ ਟਿਕਿਆ, ਉਹਦੇ ਕੋਲ 10 ਮਿੰਟ ਬਹਿ ਕੇ ਵੇਖ ਲਿਓ, ਦੁਨੀਆ ਭਰ ਦਾ ਗੰਦ ਉਹਦੀ ਮੱਤ ਵਿੱਚ ਫਸਿਆ ਹੁੰਦਾ ਹੈ। ਵੇਖਣ ਨੂੰ ਤੇ ਧੌਲੀ ਦਾੜੀ ਲੱਗੂਗੀ। ਧੌਲੀ ਦਾੜੀਆਂ ਕੋਲ ਬਹਿ ਕੇ ਵੇਖ ਲਿਓ ਬੁੱਢਿਆਂ ਦੇ ਕੋਲ, ਕਿੰਨਾ ਗੰਦ ਸੁਰਤ ਵਿੱਚ ਪਾ ਕੇ ਬੈਠੇ ਹੋਏ ਨੇ। ਵਿਸ਼ਟਾ ਪਾ ਕੇ ਬੈਠੇ ਨੇ ਆਪਣੇ ਚਿੱਤ ਦੇ ਅੰਦਰ, ਵਿਸ਼ਟਾ, ਗੰਦਗੀ। ਤੇ ਜਿਹੜੇ ਗੁਰੂ ਨਾਲ ਜੁੜ ਕੇ ਬੈਠੇ ਨੇ, ਬਾਬਾ ਬੁੱਢਾ ਜੀ ਵਰਗੇ, ਉਹਨਾਂ ਕੋਲ ਬਹਿ ਕੇ ਵੇਖਿਓ ਉਹਨਾਂ ਦੀ ਮੱਤ ਵਿੱਚੋਂ ਕੀ ਨਿਕਲਦਾ ਹੈ। ਉਹ ਕਹਿਣਗੇ, ਗੁਰੂ ਗੁਰੂ ਜਪਿਆ ਕਰੋ, ਸੰਗਤ ਵਿੱਚ ਆਇਆ ਕਰੋ, ਭਲਾ ਕਰੋ, ਸੇਵਾ ਕਰੋ, ਸਿਮਰਨ ਕਰੋ। ਇਹ ਆ ਮੱਤ ਵਿੱਚ ਰਤਨ ਜਵਾਹਰ ਮਾਣਕ। ਇਹਨੂੰ ਮੱਤ ਵਿੱਚ ਰਤਨ ਜਵਾਹਰ ਮਾਣਕ ਕਹਿੰਦੇ। ਤੇ ਜਿਨ੍ਹਾਂ ਦੀ ਮੱਤ ਵਿੱਚ ਇਹ ਨਹੀਂ ਹੈ, ਉਹ ਕਹਿਣਗੇ ਰਾਤੀ ਪੀਤੀ ਸੀ, ਉਹ ਖੱਟੀ ਜੀ, ਉਹਦਾ ਨਸ਼ਾ ਘੱਟ ਸੀ। ਭੈੜੀਆਂ ਗੱਲਾਂ ਕਰਨਗੇ। ਜਿਹੜੇ ਨਹੀਂ ਜੁੜੇ ਹੋਏ ਉਹ ਭੈੜੀਆਂ ਗੱਲਾਂ ਕਰਦੇ ਨੇ। ਜਿਹੜੇ ਜੁੜੇ ਹੋਏ ਨੇ ਉਹਨਾਂ ਦੀ ਫਿਰ ਸਬਰ, ਸਤ, ਸੰਤੋਖ ਉਹਨਾਂ ਦੀ ਮੱਤ ਦਾ ਗਹਿਣਾ ਹੁੰਦਾ ਹੈ। ਇਹ ਰਤਨ ਜਵਾਹਰ ਉਹਨਾਂ ਦੀ ਸਤ, ਸੰਤੋਖ ਉਹਨਾਂ ਦੀ ਮੱਤ ਦਾ ਸ਼ਿੰਗਾਰ ਹੁੰਦਾ ਨੇ। ਤੇ ਮਾਰਗ ਨੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ। ਅਗਰ ਸੁਣੀ ਲੈ, ਜੇ ਇੱਥੇ ਜੇ ਲਾ ਦਿੱਤਾ, ਜੇ ਤੂੰ ਉੱਥੇ ਆ ਜਾਣੋ, ਅਸੀਂ ਕਹਿੰਦੇ ਨਾ ਉੱਥੇ ਬੜਾ ਕੁਝ, ਜੇ ਤੂੰ ਉੱਥੇ ਜਾਣੋ ਨਾ, ਇਹਦਾ ਮਤਲਬ ਨਹੀਂ ਗਿਆ। ਉਹ ਜਦੋਂ ਜੇ ਲੱਗ ਜੇ ਨਾ, ਉਸਦਾ ਮਤਲਬ ਨਹੀਂ। ਮਾਰਗ ਨੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਸੁਣੀ ਜਾਵੇ ਤਾਂ। ਮੈਂ ਤੇ ਇਤਿਹਾਸ ਬੋਲਦਾ ਹੈ ਕਿ ਗੁਰੂ ਅਮਰਦਾਸ ਨੂੰ ਜਦੋਂ ਸਮੇਂ ਦਾ ਬਾਦਸ਼ਾਹ ਅਕਬਰ ਮਿਲਣ ਆਇਆ ਤੇ ਗੁਰੂ ਅਮਰਦਾਸ ਕਥਾ ਵਿਖਿਆਨ ਕਰ ਰਹੇ ਸੀ, ਤੇ ਬੜਾ ਲੰਮਾ ਸਮੇਂ ਦਾ ਬਾਦਸ਼ਾਹ ਚੌਂਕੜਾ ਮਾਰ ਕੇ ਗੁਰੂ ਅਮਰਦਾਸ ਦੇ ਸਾਹਮਣੇ ਬੈਠਾ ਰਿਹਾ। ਅੱਜ ਦੇ ਬਾਦਸ਼ਾਹ, ਅੱਜ ਦੇ ਜ਼ਿੰਮੇਵਾਰਾਂ ਵਿਅਕਤੀ ਨੂੰ ਆਖਿਓ ਕਥਾ ਚੱਲਦੀ ਹੋਵੇ, ਕੋਈ ਗੁਰਦੁਆਰੇ ਦਾ ਪ੍ਰਧਾਨ ਕਦੀ ਬੈਠ ਕੇ ਕਥਾ ਸੁਣਦਾ ਵੇਖਿਆ ਜੇ ਕਦੀ ਸਭਾ ਦੇ ਵਿੱਚ? ਕੋਈ ਚੇਅਰਮੈਨ, ਕੋਈ ਸਰਪੰਚ, ਕੋਈ ਮੈਂਬਰ ਗੁਰਦੁਆਰੇ ਦਾ ਕਦੀ ਕਥਾ ਸੁਣਦਾ ਵੇਖਿਆ ਜੇ ਸੰਗਤ ਵਿੱਚ ਬੈਠ ਕੇ?
ਉਹ ਕਿੱਡਾ ਕਿ ਧਰਮੀ ਬਾਦਸ਼ਾਹ ਹੋਊਗਾ ਅਕਬਰ, ਜਿਹੜਾ ਬੜਾ ਲੰਮਾ ਸਮਾਂ ਬੈਠ ਕੇ ਗੁਰੂ ਅਮਰਦਾਸ ਦੇ ਸਾਹਮਣੇ ਕਥਾ ਸੁਣਦੇ ਰਹੇ। ਮਰ ਕਹਿੰਦੇ ਅਗਰ ਜੇ ਸੁਣੀ ਜਾਵੇ ਤਾਂ ਮੱਤ ਵਿੱਚ ਰਤਨ ਜਵਾਹਰ ਮਾਨਕ। ਬੰਦਿਆ ਤੇਰੇ ਕੋ ਸਬਰ ਹੋਊਗਾ, ਤੇਰੇ ਕੋ ਸੰਤੋਖ ਹੋਊਗਾ, ਤੇਰੇ ਕੋ ਸਹਿਜ ਹੋਏਗਾ, ਤੇਰੇ ਕੋ ਧੀਰਜ ਹੋਊਗੀ, ਜੇ ਤੂੰ ਆਸਾ ਦੀ ਵਾਰ ਸੁਣੇਗਾ ਤਾਂ। ਨਾ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਨਾਮ ਸੁਣੇ ਮਨ ਚਿੰਦਿਆ ਮਿਲੇ। ਹਾਂਜੀ, ਬੜਾ ਕੁਛ ਅੱਗੇ ਚੱਲ ਕੇ ਆਪਾਂ ਜਦੋਂ ਇਹਦੀ ਵਿਆਖਿਆ ਕਰਾਂਗੇ। ਸੁਣੇ ਸਤ ਸੰਤੋਖ ਗਿਆਨ। ਇੱਥੇ ਵੀ ਹੁਣ ਗੱਲ ਸੁਣਦੀ ਆ। ਜੇ ਗੁਰ ਕੀ ਸਿੱਖ ਸੁਣੀ, ਗਾਵੀਏ ਸੁਣੀਏ, ਮੰਦ ਰਖੀਏ ਪਾਓ। ਸੁਣੇ 68 ਕਾ ਇਸ਼ਨਾਨ। ਤੂੰ ਬੈਠ ਕੇ ਆਸਾ ਦੀ ਵਾਰ ਸੁਣ, ਤੈਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ, ਤੇਰਾ ਘਰ ਹੀ ਇਸ਼ਨਾਨ ਹੋ ਜਾਊਗਾ। ਕਿਉਂ ਭਟਕ ਰਿਹਾ ਤੂੰ? ਕਿਉਂ ਧੱਕੇ ਖਾ ਰਿਹਾ ਕਿ ਮੈਂ ਤਾਰ ਤੋਂ ਬਾਹਰ ਪਰਲੇ ਪਾਸੇ ਜਾ ਕੇ ਮੱਥਾ ਟੇਕਣਾ? ਪਿੰਡ ਦੇ ਗੁਰਦੁਆਰੇ ਵੀ ਟੇਕ ਸਕਦਾ ਮੱਥਾ ਟੇਕਣਾ, ਤਾਂ ਕੋਈ ਵੱਡੀ ਗੱਲ ਨਹੀਂ ਹੈ। ਨਹੀਂ ਨਹੀਂ ਨਹੀਂ। ਇਸ ਕਰਕੇ ਮਰ ਕਹਿੰਦੇ ਵਿਵੇਕ ਬੁੱਧ ਸਤਿਗੁਰ ਤੇ ਪਾਈ। ਇਹ ਜਦੋਂ ਤੂੰ ਸੁਣਦਾ ਜਾਵੇਂਗਾ, ਤੇਰੀ ਵਿਵੇਕ ਬੁੱਧੀ ਹੋ ਜਾਊਗੀ। ਤੇ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ। ਜਿੱਦਣ ਵੇਖੋ ਸਾਡੀ ਬੋਧੀ ਤਾਂ ਸਾਨੂੰ ਖਰਾਬ ਕਰਦੀ, ਇਹਦੇ ਚ ਕ੍ਰੋਧ ਪੈਦਾ ਹੋ ਜਾਂਦਾ ਹੈ, ਇਹਦੇ ਚ ਵਾਸ਼ਨਾ ਪੈਦਾ ਹੋ ਜਾਂਦੀਆਂ ਨੇ, ਇਹਦੇ ਚ ਨਫ਼ਰਤ ਪੈਦਾ ਹੋ ਜਾਂਦੀ ਹੈ। ਕਿਹਦੇ ਵਿੱਚ? ਬੁੱਧ ਵਿੱਚ, ਮਤ ਵਿੱਚ। ਤੇ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ, ਗੁਰਮਤਿ ਨਾਮ ਪ੍ਰਗਾਸਾ। ਜਦੋਂ ਇਹ ਗੁਰੂ ਦੇ ਨਾਮ ਦਾ ਅੰਦਰ ਪ੍ਰਕਾਸ਼ ਹੋ ਗਿਆ, ਜਦੋਂ ਇਹ ਸਾਡੀ ਮਤ, ਜਦੋਂ ਜਿਹੜਾ ਕਹਿੰਦੇ ਗੁਰ ਕੀ ਮਤ ਤੂੰ ਲੈ ਇਹ ਆਣੇ, ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਕਬੀਰ ਸਾਹਿਬ ਦੇ ਗੁਰੂ ਨੇ ਕੀ ਕੀਤਾ? ਮੇਰੇ ਕੋ ਇੱਕ ਬਹੁਤ ਖੋਟੀ ਬੁੱਧ ਸੀ, ਮਤ ਸੀ, ਗੁਰੂ ਨੇ ਉਹ ਖੋਲੀ ਮੇਰੇ ਕੋ, ਤੇ ਗੁਰੂ ਵਾਲੀ ਮਤ ਮੈਨੂੰ ਆ ਗਈ। ਤੇ ਗੁਰੂ ਵਾਲੀ ਮਤ ਕੀ ਹੈ? ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਪਿਤਾ ਨੇ ਚਪੇੜ ਮਾਰੀ, ਕਹਿ ਲਗੇ ਤੁਸੀਂ ਬਾਪ ਹੋ, ਤੁਹਾਡਾ ਹੱਕ ਬਣਦਾ ਚਪੇੜ ਮਾਰਨ ਦਾ, ਬੱਚੇ ਆ। ਇਹ ਆ ਗੁਰੂ ਦੀ ਮਤ। ਜਦੋਂ ਗੁਰੂ ਦੀ ਮਤ ਹੋਗੀ ਫਿਰ ਸਹਿਜ ਹੋਏਗਾ। ਗੁਰੂ ਅੰਗਦ ਸਾਹਿਬ ਨੂੰ ਖਡੂਰੋਂ ਕੱਢ ਦਿੱਤਾ, ਖਡੂਰ ਦੇ ਜ਼ਿਮੀਂਦਾਰਾਂ ਨੇ, ਲੜੇ ਨਹੀਂ। ਇਹ ਮਤ ਹੈ। ਬਾਬਾ ਬਕਾਲਾ ਛੱਡ ਦਿੱਤਾ ਝਗੜਾ ਵੇਖ ਕੇ। ਗੁਰੂ ਤੇਗ ਬਹਾਦਰ ਦਰਬਾਰ ਸਾਹਿਬ ਛੱਡ ਕੇ ਤੁਰ ਗਏ ਪਰਾਂ ਨੂੰ। ਝਗੜਾ ਨਹੀਂ ਚਾਹੀਦਾ ਭਾਈ, ਝਗੜਾ ਸਿੱਖੀ ਚ ਪ੍ਰਵਾਨ ਹੀ ਨਹੀਂ ਹੈ। ਝਗੜਾ ਕੌਣ ਕਰਦਾ ਹੈ? ਬੇਅਕਲ ਅਗਿਆਨੀ ਲੋਕ, ਜਿਨ੍ਹਾਂ ਕੋ ਵਿਵੇਕ ਬੁੱਧ ਹੋਵੇ, ਉਹ ਝਗੜਾ ਨਹੀਂ ਕਰਦੇ। ਤੇ ਵਿਵੇਕ ਬੁੱਧੀ ਨਾਲ ਜੋ ਕੁਛ ਹੁੰਦਾ ਹੈ ਉਹ ਬੇਸਮਝੀ ਚ ਥੋੜਾ ਹੁੰਦਾ ਹੈ। ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ, ਗੁਰਮਤਿ ਨਾਮ ਪ੍ਰਗਾਸਾ। ਵਿਵੇਕ ਬੁੱਧ ਸਤਿਗੁਰ ਤੇ ਪਾਈ। ਵਿਵੇਕ ਬੁੱਧ ਸਭ ਜਗ में ਨਿਰਮਲ, ਵਿਚਰ ਵਿਚਰ ਰਸ ਪੀਜੇ। ਜਿੱਦਣ ਤੇਰੇ ਕੋ ਗੁਰੂ ਦੀ ਮੱਤ ਹੋਊਗੀ, ਜਿੱਦਣ ਤੇਰੇ ਕੋ ਵਿਵੇਕ ਬੁੱਧੀ ਹੋਊਗੀ, ਇਹ ਬੁੱਧੀ ਫਿਰ ਰੱਬ ਦੇ ਨਾਮ ਨੂੰ ਬੜੇ ਪ੍ਰੇਮ ਨਾਲ ਜਪੇਗੀ। ਹੁਣ ਬੁੱਧੀ ਨਹੀਂ ਨਾ ਜਪਣ ਦਿੰਦੀ, ਮੱਤ ਨਹੀਂ ਤੇ ਜਪਣ ਦਿੰਦੀ। ਘਰ ਦੀ ਨਾਇਕ ਘਰ ਵਾਸਨਾ ਦੇਵੇ, ਯਤਨ ਕਰੋ ਰਜਾਏ ਪਰੇਵੇ। ਤੇ ਮਰ ਕਹਿੰਦੇ ਅਖੀਰ ਤੇ ਫਿਰ ਮਰ ਕਹਿੰਦੇ ਆ ਵੀ ਜੇ ਤੂੰ ਸੁਣ ਲਏਗਾ ਤੇ ਸੁਣ ਦੇ ਨਾਲ ਬੜਾ ਕੁਝ ਹੋਣਾ ਹੀ। ਤੇਰੀ ਮੱਤ ਵਿੱਚੋਂ ਸਾਰੇ ਪੈੜੇ ਐਬ ਖਤਮ ਹੋ ਜਾਣੇ ਨੇ। ਕੋਈ ਤੇਰੇ ਨਾਲ ਈਰਖਾ ਕਰੇਗਾ, ਕੋਈ ਤੇਰੇ ਤੇ ਸੜੇਗਾ, ਪਰ ਤੂੰ ਨਹੀਂ ਸੜੇਗਾ ਜਿੱਦਣ ਤੇਰੇ ਕੋ ਗੁਰੂ ਕੀ ਮੱਤ ਹੋਊਗੀ। ਉਹ ਤੇਰੇ ਕੋ ਮੱਤ ਮਾਨੋ ਤੇਰੇ ਕੋ ਜਵਾਹਰ ਹੋਣਗੇ। ਗੁਰੂ ਦੀ ਮੱਤ ਜਿਹੜੀ ਹੈ ਨਾ, ਉਹ ਬੜੀ ਕੀਮਤੀ ਹੈ। ਮੱਤ ਵਿੱਚ ਰਤਨ ਜਵਾਹਰ ਮਾਨਕ। ਗੁਰੂ ਦੀ ਮੱਤ ਬੜੀ ਕੀਮਤੀ ਆ, ਜਵਾਹਰਾਂ ਵਾਲੀ ਆ, ਮਾਨਕਾਂ ਵਾਲੀ ਆ। ਤੇ ਖੋਟੀ ਮੱਤ ਦੀ ਤੇ ਕੋਈ ਕੀਮਤ ਨਹੀਂ ਹੈ। ਗੁਰੂ ਦੀ ਮੱਤ ਦੀ ਵੱਡੀ ਕੀਮਤ ਆ। ਤੇ ਮਰ ਕੇ ਤੂੰ ਸੁਣਦਾ ਜਾਵੇਂਗਾ। ਤੇ ਇੱਕ ਹੋਰ ਗੱਲ ਹੈ, ਕਹਿੰਦੇ ਨੇ ਜਿੱਦਾਂ ਇੱਕ ਤੋਤਾ ਹੈ, ਉਹ ਬੰਦੇ ਦੀ ਆਵਾਜ਼ ਸੁਣਦਾ ਸੁਣਦਾ ਮੁੜ ਕੇ ਬੰਦੇ ਦੀਆਂ ਆਵਾਜ਼ਾਂ ਕੱਢਣ ਲੱਗ ਪੈਂਦਾ। ਜਿੱਦਣ ਤੂੰ ਗੁਰੂ ਨੂੰ ਸੁਣਦਾ ਗਿਆ, ਜਦੋਂ ਤੂੰ ਲੰਮਾ ਸਮਾਂ ਗੁਰੂ ਨੂੰ ਸੁਣਦਾ ਗਿਆ, ਤੇਰੇ ਅੰਦਰੋਂ ਫਿਰ ਗੁਰੂ ਵਾਲੀ ਮੱਤ ਪੈਦਾ ਹੋਣੀ ਹੈ।
ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਵੇ। ਗੁਰੂ ਸਿੱਖ ਹੈ, ਸਿੱਖ ਨੇ ਗੁਰੂ ਦਾ ਰੂਪ ਬਣਨਾ ਹੈ। ਖਾਲਸੋ ਮੇਰੋ ਰੂਪ ਹੈ ਖਾਸ। ਪੰਜ ਪਿਆਰੇ ਜਿੱਥੇ ਬੈਠੇ ਹਨ ਉਹ ਇੱਕ ਮੁਕੰਮਲ ਧਰਮ ਹੈ, ਉਹ ਮੁਕੰਮਲ ਗੁਰਦੁਆਰਾ ਹੈ। ਕਿਉਂ? ਉਹਨਾਂ ਕੋ ਮੱਤ ਗੁਰੂ ਦੀ ਹੈ। ਤੇ ਅਖੀਰ ਤੇ ਫਿਰ ਮਹਾਰਾਜ ਨੇ ਬਚਨ ਕੀਤਾ, ਜਿਹੜਾ ਹੁਣ ਪਹਿਲਾ ਸੀ ਵੀ ਤੀਰਥ ਨਹਾਵਾਂ, ਮੈਂ ਤਾਂ ਨਹਾਉਣ ਜਾਊਂਗਾ ਜੇ ਉਹਨੂੰ ਭਾਊਂਗਾ, ਉਹਨੂੰ ਪਾਉਂਦਾ ਨਹੀਂ ਤੇ ਮੈਂ ਨਹਾਉਂਦਾ ਨਹੀਂ। ਤੇ ਦੂਸਰਾ ਸੀ ਕਿ ਜੋ ਕੁਛ ਧਰਤੀ ਤੇ ਹੈ, ਰੂਪ ਕਰੂਪ, ਸੁੰਦਰਤਾ, ਕਾਲਾ ਗੋਰਾ, ਦਰਿਆ ਪਹਾੜ, ਜੋ ਕੁਛ ਹੈ ਵਿਣ ਕਰਮਾਂ ਕੇ, ਉਹਦੀ ਰਹਿਮਤ ਤੋਂ ਬਿਨਾਂ ਕੁਛ ਨਹੀਂ ਧਰਤੀ ਉੱਤੇ ਮਿਲਿਆ, ਕੁਛ ਨਹੀਂ ਬਣਿਆ। ਜੋ ਕੁਛ ਵੀ ਬਣਿਆ, ਰੂੜੀ ਬਣੀ ਆ, ਫੁੱਲ ਬਣੇ ਨੇ, ਕੰਡੇ ਬਣੇ ਨੇ, ਗੁਲਾਬ ਬਣਿਆ ਹੈ, ਅੱਖ ਬਣਿਆ ਹੈ, ਜੋ ਵੀ ਬਣਿਆ ਹੈ, ਵਿਣ ਕਰਮਾਂ ਕੇ ਮਿਲੇ ਲਈ ਕੁਛ ਨਹੀਂ ਮਿਲਿਆ ਧਰਤੀ ਨੂੰ, ਉਹਦੀ ਰਹਿਮਤ ਨਾਲ ਹੀ ਸਭ ਕੁਛ ਮਿਲਿਆ ਹੋਇਆ ਵਾ। ਤੇ ਫਿਰ ਅਖੀਰ ਤੇ ਫਿਰ ਸਿੱਧਾ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰਾਂ ਇੱਕ ਦੇ ਬੁਝਾਈ। ਮੈਨੂੰ ਮੇਰੇ ਗੁਰਾਂ ਨੇ ਇਹ ਮੱਤ ਦੇ ਦਿੱਤੀ ਹੈ, ਇਹ ਸਮਝ ਦੇ ਦਿੱਤੀ ਹੈ। ਤੇ ਸਮਝ ਕਦੋਂ ਆਉਣੀ ਹੈ? ਜੇ ਇੱਕ ਗੁਰ ਕੀ ਸਿੱਖ ਸੁਣੀ। ਮੱਤ ਵਿੱਚ ਰਤਨ ਜਵਾਹਰ ਮਾਨ, ਜੇ ਗੁਰ ਕੀ ਸਿੱਖ ਸੁਣੀ। ਕਹਿੰਦੇ ਹੁੰਦੇ ਨਾ ਵੀ ਸੰਤਾਂ ਕੋ ਜਿਹੜਾ ਬਹਿ ਜਾਂਦਾ ਉਹ ਵਿਗੜ ਜਾਂਦਾ, ਸੰਤਾਂ ਵਾਲੀ ਮੱਤ ਆ ਜਾਂਦੀ। ਇਸੇ ਕਰਕੇ ਕਬੀਰ ਨੇ ਕਿਹਾ ਕਿ ਬਿਗੜਿਓ ਕਬੀਰਾ ਰਾਮ ਦਵਾਈ। ਮੈਂ ਵਿਗੜ ਗਿਆ, ਸੰਤ ਵਿਗੜੇ ਹੁੰਦੇ ਨੇ, ਮੈਂ ਵੀ ਵਿਗੜ ਗਿਆ ਸੰਤਾਂ ਦੇ ਨਾਲ, ਕਿਉਂਕਿ ਸੰਤਾਂ ਵਾਲੀ ਮੱਤ ਆ ਗਈ ਆ। ਤਾਂ ਹੀ ਤਾਂ ਅਸੀਂ ਕਹਿੰਦੇ ਵੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ। ਤੇਰਾ ਨਾਮ ਉੱਥੇ ਚੇਤਾਊਗਾ ਜਿੱਥੇ ਤੇਰੀ ਮੱਤ ਵਾ। ਜਿੱਥੇ ਤੇਰੀ ਮਾਤੀ ਨਹੀਂ ਹੈ, ਜਿੱਥੇ ਗੁਰੂ ਦੀ ਮਾਤੀ ਨਹੀਂ ਹੈ, ਉੱਥੇ ਗੁਰੂ ਕਿਵੇਂ ਚੇਤੇ ਆ ਜਾਏਗਾ? ਗੁਰੂ ਨੂੰ ਚੇਤੇ ਕਰਨਾ ਤੇ ਫਿਰ ਗੁਰੂ ਦੀ ਮੱਤ ਰਾਹੀਂ ਕੀਤਾ ਜਾ ਸਕਦਾ ਹੈ। ਇੱਕ ਹੁੰਦੀ ਹੈ ਮਨਮੁਖ, ਇੱਕ ਹੁੰਦਾ ਗੁਰਮੁਖ, ਇੱਕ ਹੁੰਦੀ ਬਾਲ ਬੁੱਧ, ਇੱਕ ਹੁੰਦੀ ਵਿਵੇਕ ਬੁੱਧ, ਇੱਕ ਹੁੰਦੀ ਬੇਅਕਲ, ਇੱਕ ਹੁੰਦੀ ਹੈ ਅਕਲ। ਤੇ ਮਾਰ ਕਹਿੰਦੇ ਤੇਰੇ ਕੋ ਅਕਲ ਹੋਏਗੀ, ਤੂੰ ਬੇਅਕਲਾ ਨਹੀਂ ਹੋਏਗਾ। ਤੇਰੇ ਕੋ ਬਾਲ ਬੁੱਧ ਨਹੀਂ ਹੋਗੀ, ਤੇਰੇ ਕੋ ਵਿਵੇਕ ਬੁੱਧ ਹੋਗੀ। ਕਦੋਂ? ਜੇ ਗੁਰ ਕੀ ਸਿੱਖ ਸੁਣੀ, ਜੇ ਤੂੰ ਗੁਰਾਂ ਦੀ ਸਿੱਖਿਆ ਸੁਣੀ। ਤੇ ਸਿੱਖਿਆ ਇੱਕ ਵਾਰੀ ਨਹੀਂ ਸੁਣਨੀ ਪੈਂਦੀ, ਆਸਾ ਦੀ ਵਾਰ ਰੋਜ਼ ਸੁਣਨੀ ਪੈਂਦੀ, ਕਿਉਂਕਿ ਰੋਜ਼ ਸੰਸਾਰ ਨਾਲ ਵਾਹ ਪੈਣਾ ਹੈ। ਭੈੜੇ ਬੰਦੇ, ਖੋਟੇ ਬੰਦੇ ਇਸ ਧਰਤੀ ਤੇ ਰੋਜ਼ ਤੁਹਾਨੂੰ ਮਿਲਣੇ ਨੇ, ਉਹਨਾਂ ਦੇ ਪਿੱਛੇ ਅਸੀਂ ਲੱਗ ਜਾਣਾ ਹੈ। ਪਰ ਬਚਾ ਸਾਡਾ ਤਾਂ ਹੋਊਗਾ ਰੋਜ਼ ਆਸਾ ਦੀ ਵਾਰ ਸੁਣਾਂਗੇ ਤਾਂ, ਕਿਉਂਕਿ ਰੋਜ਼ ਆਸਾ ਦੀ ਵਾਰ ਗੁਰਦੁਆਰੇ ਹੁੰਦੀ ਹੈ। ਠੀਕ ਹੈ, ਹੁਣ ਅੱਗੇ ਮੈਂ ਕਹਿਣਾ ਨਾ ਵੀ ਟਾਈਲਾਂ ਤੇ ਲਾ ਲੀਆਂ ਤੇ ਆਸਾ ਦੀ ਵਾਰ ਹੁਣ ਕਿੰਨੇ ਲਾਉਣੀ ਗੁਰਦੁਆਰੇ? ਟਾਈਲਾਂ ਤੱਕ ਸੀਮਤ ਸਾਂ ਅਸੀਂ, ਲਾ ਲੀਆਂ ਬਸ, ਠੀਕ ਹੈ। ਤੇ ਗੁਰੂ ਨੂੰ ਸਥਾਪਨ ਕਰ ਦਿੱਤਾ ਤੇ ਥਾਪਿਆ ਨਾ ਜਾਏ। ਰੱਬ ਸਥਾਪਨ ਨਹੀਂ ਹੁੰਦਾ, ਅਸੀਂ ਥਾਪ ਕੇ ਰੱਖ ਦੇ ਛੱਡਿਆ। ਮਾਰ ਅਖੀਰ ਤੇ ਫਿਰ ਬਚਨ ਕੀਤਾ ਵੀ ਗੁਰਾਂ ਇੱਕ ਦੇ ਬੁਝਾਈ। ਕੀ ਬੁਝਾ ਦਿੱਤੀ ਹੈ? ਉਹ ਮੱਤ ਵਿੱਚ ਕਿਹੜਾ ਰਤਨ ਪ੍ਰਗਟ ਹੋਇਆ ਹੈ? ਮੱਤ ਵਿੱਚ ਰਤਨ ਕਿਹੜਾ ਪ੍ਰਗਟ ਹੋਇਆ ਹੈ? ਸਭਨਾ ਜੀਆਂ ਕਾ ਇੱਕ ਦਾਤਾ। ਹਰੇਕ ਨੂੰ ਜੀਵਨ ਉਸ ਤੋਂ ਮਿਲਿਆ ਹੈ। ਮੈਂ ਕੱਲ ਵੀ ਕਿਹਾ ਸੀ, ਜੀਵਨ ਦਾਤਾ ਕੇਵਲ ਪਰਮੇਸ਼ਰ ਹੈ। ਕਿਸੇ ਨੂੰ ਥੋੜਾ ਮਿਲਿਆ ਬਾਹਰ ਪਦਾਰਥ, ਕਿਸੇ ਨੂੰ ਬਹੁਤਾ ਮਿਲ ਗਿਆ, ਇਹ ਵੱਖਰੀ ਗੱਲ ਆ। ਪਰ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਨੂੰ ਜੀਵਨ ਪਰਮੇਸ਼ਰ ਤੋਂ ਹੀ ਮਿਲਿਆ ਹੈ। ਸਭਨਾ ਜੀਆਂ ਕਾ ਇੱਕ ਦਾਤਾ। ਅਸੀਂ ਸੌਂ ਜਾਂਦੇ ਹਾਂ, ਸਾਹ ਕਿੱਦਾਂ ਚੱਲਦਾ ਹੈ? ਉਹਦੀ ਰਹਿਮਤ ਨਹੀਂ ਚੱਲਦਾ ਨਾ। ਤੇ ਮਰ ਕਹਿੰਦੇ ਉਹ ਦਾਤਾ ਵਾ, ਦਿੰਦਾ ਵਾ। ਅਸੀਂ ਸੌਂ ਜਾਂਦੇ ਤਾਂ ਵੀ ਸਾਨੂੰ ਸਾਹ ਮਿਲਦਾ ਵਾ। ਤੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਦੋਂ ਗੁਰੂ ਦੀ ਮੱਤ ਆ ਗਈ, ਇਹ ਸਮਝ ਆਉਣੀ ਆ ਕੇਵਲ ਮੇਰੀ ਨਹੀਂ ਸੰਭਾਲ ਕਰਦਾ, ਉਹ ਸਾਰਿਆਂ ਦੀ ਕਰਦਾ ਹੈ।
ਕੇਵਲ ਮੈਨੂੰ ਨਹੀਂ ਉਹਨੇ ਜੀਵਨ ਦਿੱਤਾ, ਉਹਨੇ ਸਾਰਿਆਂ ਨੂੰ ਜੀਵਨ ਦਿੱਤਾ ਹੋਇਆ। ਤੇ ਇਹ ਸੀ ਗੁਰੂ ਦੀ ਵਿਆਖਿਆ ਭਾਈ। ਜਦੋਂ ਸਿੱਧਾ ਨੇ ਪੁੱਛਿਆ ਵੀ ਗੁਰੂ ਕੀ ਕਰਦਾ ਹੈ, ਮਹਾਰਾਜ ਕਹਿੰਦੇ ਗੁਰੂ ਇੱਕ ਸਮਝ ਦਿੰਦਾ ਹੈ। ਤੇ ਗੁਰੂ ਨੂੰ ਅਸਥਾਪਨ ਕਰਨ ਦੀ ਬਜਾਏ ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਬਤੀ, ਇਹਨੂੰ ਅਸਥਾਪਨ ਕਰਨ ਦੀ ਬਜਾਏ ਤੁਸੀਂ ਗੁਰੂ ਕੋ, ਰੱਬ ਕੋਲੋਂ ਮੱਤ ਮੰਗੋ। ਤੇ ਜਿੱਦਣ ਗੁਰੂ ਦੀ ਮੱਤ ਆ ਗਈ ਨਾ, ਤੇ ਕਿਸੇ ਪੱਥਰ ਦੀ ਮੂਰਤੀ ਨੂੰ ਸਥਾਪਨ ਕਰਨ ਦੀ ਲੋੜ ਨਹੀਂ ਹੈ। ਸਾਰਾ ਸੰਸਾਰ ਹੀ ਉਸ ਦੀ ਮੂਰਤੀ ਹੈ। ਜੈ ਜੈ ਦੇਖੋ ਤੈ ਤੈ ਨਾਮਾ, ਸਭ ਗੋਬਿੰਦ ਹੈ। ਸਾਰੀਆਂ ਮੂਰਤੀਆਂ ਉਸ ਦੀਆਂ ਨੇ। ਤੇ ਜਿਹਨੂੰ ਆ ਮੂਰਤੀਆਂ ਰੱਬ ਦੀਆਂ ਨਹੀਂ ਦਿਖੀਆਂ, ਉਹਨੂੰ ਇੱਕ ਪੱਥਰ ਦੀ ਮੂਰਤੀ ਚੋਂ ਰੱਬ ਕਿਵੇਂ ਦਿਖ ਜਾਏਗਾ? ਉਹਦੇ ਵਾਸਤੇ ਪੱਥਰ ਦੀ ਮੂਰਤੀ ਵੀ, ਤੁਸੀਂ ਤੇ ਕਹਿੰਦੇ ਓੰਕਾਰ ਪੱਥਰ ਦੀ ਮੂਰਤੀ ਆ। ਇਹ ਜਿਹੜੀ ਪੱਥਰ ਦੀ ਮੂਰਤੀ ਓੰਕਾਰ ਵਾ। ਤੇ ਜੇ ਰੱਬ ਦੀ ਬਣਾਈ ਹੋਈ ਮੂਰਤੀ ਤੁਹਾਨੂੰ ਨਹੀਂ ਦਿਖੀ, ਇਹਦੇ ਚ ਰੱਬ ਨਹੀਂ ਦਿਖਿਆ, ਤੇ ਓੰਕਾਰ ਪੱਥਰ ਦੀ ਮੂਰਤੀ ਚ ਓੰਕਾਰ ਕਿੱਥੋਂ ਦਿਖ ਜਾਏਗਾ? ਇਹ ਕਦੋਂ ਦਿਖੇਗਾ? ਇਹ ਉਦੋਂ ਦਿਖੇਗਾ ਜਦੋਂ ਜੇ ਇੱਕ ਗੁਰ ਕੀ ਸਿੱਖ ਸੁਣੀ, ਰੋਜ਼ ਆਸਾ ਦੀ ਵਾਰ ਸੁਣ, ਰੋਜ਼ ਰਹਿ ਰਾਸ ਸੁਣ, ਰੋਜ਼ ਸੋਲਾ ਸੁਣ। ਤੇ ਸੁਣਦਿਆਂ ਸੁਣਦਿਆਂ ਗੁਰੂ ਦੀ ਮੱਤ ਆ ਜਾਣੀ। ਜਿੱਦਣ ਗੁਰੂ ਦੀ ਮੱਤ ਆ ਜਾਏਗੀ ਤੇ ਇਹ ਸੰਸਾਰ ਉਹਦਾ ਹੀ ਰੂਪ ਹੈ। ਫਿਰ ਕਿਸੇ ਮੂਰਤੀ ਦੀ ਲੋੜ ਹੀ ਕੋਈ ਨਹੀਂ ਹੈ। ਫਿਰ ਕਿਸੇ ਨੂੰ ਸਥਾਪਨ ਕਰਨ ਦੀ ਲੋੜ ਹੀ ਕੋਈ ਨਹੀਂ ਆ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਦੋਂ ਗੁਰੂ ਦੀ ਮੱਤ ਆ ਗਈ, ਫਿਰ ਮੇਰਾ ਗੁਰੂ ਹੇਮਕੁੰਟ ਨਹੀਂ ਹੋਊਗਾ, ਮੇਰਾ ਗੁਰੂ ਕੋਈ ਨੰਦੇੜ ਸਾਹਿਬ ਨਹੀਂ ਹੋਏਗਾ, ਮੇਰਾ ਗੁਰੂ ਮੇਰੇ ਨਾਲ ਹੋਏਗਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਫਿਰ ਇਹ ਨਹੀਂ ਹੋਏਗਾ ਕਿ ਦੱਖਣ ਦੇਸ ਹਰੀ ਕਾ ਵਾਸਾ, ਪਸ਼ਮ ਅਲੋ ਮਕਾਮਾ, ਦਿਲ ਮੇ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮਕਾਮਾ। ਜਿੱਦਣ ਅੰਦਰ ਗੁਰੂ ਦੀ ਮੱਤ ਆ ਗਈ, ਫਿਰ ਕਿਸੇ ਮੂਰਤੀ ਦੀ ਲੋੜ ਹੀ ਕੋਈ ਨਹੀਂ ਹੈ। ਸਾਰਾ ਸੰਸਾਰ ਹੀ ਉਸ ਦਾ ਮੂਰਤ ਵਾ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਕੱਲੀ ਇੱਕ ਮੂਰਤੀ ਨਹੀਂ, ਸਾਰਾ ਸੰਸਾਰ ਹੀ ਉਸ ਦੀ ਵੱਡੀ ਮੂਰਤੀ ਹੈ। ਤੇ ਕਰਤਾ ਪੁਰਖ ਉਹ ਮੂਰਤੀ ਵਿੱਚ ਸਮਾਇਆ ਹੋਇਆ ਵਾ, ਬਾਹਰ ਨਹੀਂ ਹੈ। ਤੇ ਗੁਰਾਂ ਇੱਕ ਦੇ ਬੁਝਾਈ, ਇਹ ਗੁਰੂ ਨੇ ਰਹਿਮਤ ਕੀਤੀ ਹੈ। ਜਿਨ੍ਹਾਂ ਨੇ ਉਹਦੀ ਗੱਲ ਸੁਣੀ ਆ, ਉਹ ਤੇ ਰਹਿਮਤ ਹੋਈ ਆ। ਤੇ ਰਹਿਮਤ ਕੀ ਹੋਈ ਆ? ਭਾਈ ਕਨ੍ਹਈਆ ਸਭ ਤੇਰਾ ਰੂਪ ਹੈ, ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਤੇਰੇ ਤੋਂ ਬਿਨਾਂ ਮੈਂ ਪਾਣੀ ਕਿਸ ਨੂੰ ਪਿਆ ਹੀ ਨਹੀਂ ਸਕਦਾ, ਮੈਂ ਤੈਨੂੰ ਪਿਆਉਣਾ। ਇਹ ਹੈ ਗੁਰੂ ਕੀ ਮੱਤ ਦੀ ਬਖਸ਼ਿਸ਼, ਇਹ ਹੈ ਗੁਰੂ ਦੀ ਰਹਿਮਤ ਦੀ ਬਖਸ਼ਿਸ਼, ਜਿਹੜੀ ਜਿਨ੍ਹਾਂ ਨੂੰ ਰਹਿਮਤ ਹੁੰਦੀ, ਜਿਨ੍ਹਾਂ ਤੇ ਗੁਰੂ ਦੀ ਮੱਤ ਮਿਲਦੀ। ਤੇ ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਨਾ ਬਹੁ ਡੁੱਬੇ ਸਿਆਣੇ। ਬੜੀਆਂ ਚਤਰਾਈਆਂ ਕਰਨ ਵਾਲੇ ਵੀ ਡੁੱਬ ਜਾਂਦੇ ਨੇ, ਪਰ ਗੁਰੂ ਦੀ ਮੱਤ ਵਾਲਾ ਡੁੱਬਦਾ ਨਹੀਂ ਜੇ। ਰਹਿਮਤ ਕਰਨ ਸੱਚੇ ਪਾਤਸ਼ਾਹ। ਇੱਥੋਂ ਤੱਕ ਸਾਡਾ ਇਹ ਜਿਹੜੀ 6ਵੀਂ ਪੌੜੀ ਸੀ ਕਿ ਜੋਗੀ ਕਹਿੰਦੇ ਤੀਰਥਾਂ ਤੇ ਨਹਾਓ, ਸਾਹਿਬ ਕਹਿੰਦੇ ਅਸੀਂ ਨਹੀਂ ਨਹਾਉਂਦੇ। ਇਹ ਕਿਉਂ ਨਹੀਂ ਨਹਾਉਂਦੇ? ਕਿਉਂਕਿ ਨਹਾਉਣਾ ਰੱਬ ਨੂੰ ਪ੍ਰਵਾਨ ਨਹੀਂ ਹੈ। ਅਸੀਂ ਉਹ ਕੰਮ ਕਰਦੇ ਹਾਂ ਜਿਹੜਾ ਰੱਬ ਨੂੰ ਪ੍ਰਵਾਨ ਹੋਵੇ। ਦੁਨੀਆਦਾਰ ਉਹ ਕੰਮ ਕਰਦਾ ਜਿਹੜਾ ਜੱਗ ਨੂੰ ਪ੍ਰਵਾਨ ਹੋਵੇ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨ ਪਾਵੇ, ਜਿਨ ਗੁਰਮੁਖ ਹਿਰਦਾ ਸੁਧ ਹੈ, ਸੇਵ ਪਈ ਤਿਨ ਥਾਇਆ। ਲੰਗਰ ਲਾਉਣੇ ਨੇ, ਵੇਖਾ ਵੇਖੀ ਲਾਉਣੇ ਨੇ। ਮੇਰੇ ਅੱਡੇ ਤੇ ਲੰਗਰ ਨਹੀਂ ਲੱਗਾ, ਦੂਜੇ ਤੇ ਲੱਗ ਗਿਆ, ਤੇ ਮੈਂ ਵੀ ਲਾ ਦੇਣਾ ਲੰਗਰ। ਖਾਵੇ ਚਾਹੇ ਕੋਈ ਨਾ ਖਾਵੇ, ਪਰ ਮੈਂ ਤੇ ਲਾਉਣਾ ਹੀ ਆ ਨਾ। ਇਹ ਵੇਖਾ ਵੇਖੀ ਹੈ, ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ, ਇਹ ਜੱਗ ਨੂੰ ਪ੍ਰਵਾਨ ਨੇ। ਬੜੇ ਲੰਗਰ ਲਾਉਂਦੇ ਨੇ ਫਲਾਣੇ, ਰੋਹ ਦਾ ਲੰਗਰ ਲਾਉਂਦੇ ਬੜੇ ਨੇ। ਲਾਈ ਜਾਓ, ਲੋਕਾਂ ਨੂੰ ਖੁਸ਼ ਕਰੀ ਜਾਓ। ਤੇ ਕਬੀਰ ਸਾਹਿਬ ਕਹਿੰਦੇ ਨਾਹੀ ਰਾਮ ਇਆਣਾ, ਲੋਕ ਪਤੀਨੇ ਕਛੂ ਨਾ ਹੋਈਏ। ਨਾਹੀ ਰਾਮ ਇਆਣਾ, ਲੋਕਾਂ ਨੂੰ ਖੁਸ਼ ਕਰ ਲੋ, ਕੁਛ ਵੀ ਨਹੀਂ ਹੋਣਾ। ਰੱਬ ਖੁਸ਼ ਹੋ ਗਿਆ ਤੇ ਫਿਰ ਸਭ ਕੁਝ ਹੋ ਜਾਣਾ ਹੈ। ਤੇ ਰੱਬ ਵਿਖਾਵੇ ਦੀ ਸੇਵਾ ਨਾਲ ਨਹੀਂ ਖੁਸ਼ ਹੁੰਦਾ। ਰੱਬ ਵਿਖਾਵੇ ਦੇ ਤੀਰਥਾਂ ਨਾਤਿਆਂ ਨਹੀਂ ਖੁਸ਼ ਹੁੰਦਾ ਹੈ। ਰੱਬ ਖੁਸ਼ ਹੁੰਦਾ ਜੇ ਇੱਕ ਗੁਰ ਕੀ ਸਿੱਖ ਸੁਣੀ, ਏਦਾਂ ਖੁਸ਼ ਹੁੰਦਾ ਜੀ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ।
ਫੇਰ ਕੇ ਅੱਗੇ ਰੱਖੀਏ ਜਿੱਦ ਸਿੰਘ ਦਰਬਾਰ, ਮੂੰਹ ਕੇ ਬੋਲਣ ਬੋਲੇ ਜਿਸ ਸੁਣ ਧਰੇ ਪਿਆਰ। ਉਹ ਪਿਆਰ ਮੈਨੂੰ ਕਿੱਦਾਂ ਕਰੇ, ਮੈਂ ਲੰਗਰ ਲਾਵਾਂ ਸੜਕ ਤੇ? ਸਾਹਿਬ ਕਹਿੰਦੇ ਲੋੜ ਹੀ ਨਹੀਂ ਹੈ, ਕਿਉਂ ਲਾਉਣਾ ਤੂੰ ਲੰਗਰ? ਮੈਂ ਤੀਰਥਾਂ ਤੇ ਜਾਵਾਂ? ਸਾਹਿਬ ਕਹਿੰਦੇ ਲੋੜ ਹੀ ਨਹੀਂ ਹੈ। ਫਿਰ ਕੇ ਅੱਗੇ ਰੱਖੇ ਜਿੱਦ ਸਿੰਘ ਦਰਬਾਰ, ਮੂੰਹ ਕੇ ਬੋਲ ਬੋਲੀ ਜਿਸ ਨੂੰ ਧਰੇ ਪਿਆਰ। ਕਿੱਦਾਂ ਫੇ ਜੇ ਇਹ ਨਹੀਂ ਕਰੂੰਗਾ ਤੂੰ ਪਿਆਰ ਕਿੱਦਾਂ ਕਰੂਗਾ? ਸਾਹਿਬ ਕਹਿੰਦੇ ਅੰਮ੍ਰਿਤ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ। ਸਮਾਂ ਕੁਝ ਸ਼ਾਇਦ ਵੱਧ ਹੀ ਲੱਗ ਗਿਆ ਹੋਵੇ। ਅਗਲੀ ਪੌੜੀ ਫਿਰ ਕੱਲ ਆਪਾਂ ਕਰਾਂਗੇ ਕਿ ਜੇ ਉਮਰ ਦੀ ਵਡੇਰੀ ਗੱਲ ਦੀ ਉਹਨਾਂ ਨੇ ਗੱਲ ਕੀਤੀ ਜੋਗੀਆਂ ਨੇ, ਕਿ ਜੇ ਤੁਸੀਂ ਤੀਰਥਾਂ ਤੇ ਨਹਾਉਂਦੇ, ਸਾਡੇ ਕੋਈ ਹੋਰ ਨੁਕਤਾ ਹੈਗਾ, ਅਸੀਂ ਤੁਹਾਡੀ ਉਮਰ ਵੱਡੀ ਕਰ ਦਿਆਂਗੇ। ਮਰ ਕੇ ਵੱਡੀ ਉਮਰ ਨਾਲ ਕੀ ਹੋਣਾ ਹੈ? ਦੁੱਖ ਹੀ ਭੋਗਣਾ। ਉਮਰਾਂ ਵੱਡੀਆਂ, ਜਿਨ੍ਹਾਂ ਦੀਆਂ ਵੱਡੀਆਂ ਉਮਰਾਂ ਦੁੱਖ ਹੀ ਭੋਗਣ ਦੇ ਨੇ ਕਿ ਕੁਛ ਕਰਨ ਵੀ ਦੇ ਨੇ। ਉਹ ਬੈਠੇ ਖੂਹ ਖੂਹ ਕਰਨ ਦੇ ਨੇ ਮੰਜਿਆਂ ਤੇ ਨਵੇਂ ਕਾ ਸਹਿਜ ਆਸਣੀ। 90 ਸਾਲ ਤੋਂ ਉੱਪਰ ਜਿਹੜੇ ਮੰਜਿਆਂ ਤੇ ਬੈਠੇ ਨੇ, ਰੋਗੀ ਬੈਠੇ ਨੇ, ਸਰੀਰ ਜਰਜਰਾ ਹੋ ਗਿਆ, ਕਿ ਵੱਡੀ ਉਮਰ ਨਾਲ ਵੀ ਕੁਛ ਹੋ ਜਾਂਦਾ ਹੈ। ਤਰਨ ਕੋ ਤਰਨ ਅਵਸਥਾ ਆਏ। ਜਵਾਨੀ ਵਿੱਚ ਹੀ ਤਰਿਆ ਜਾਂਦਾ, ਜਵਾਨੀ ਵਿੱਚ ਹੀ ਡੁੱਬਿਆ ਜਾਂਦਾ ਹੈ। ਬੁੱਢੇ ਵਿੱਚ ਨਾ ਕੋਈ ਤਰ ਸਕਦਾ, ਨਾ ਬੁੱਢੇ ਬਾਰੇ ਕੋਈ ਡੁੱਬ ਸਕਦਾ। ਬੁੱਢੇ ਬਾਰੇ ਡਾਂਗ ਫੜ ਕੇ ਕਿੰਨਾ ਕੁ ਕੋਈ ਕੁੱਟ ਲੂਗਾ? ਇਹ ਤਾਂ ਡਾਂਗ ਜਿਹੜੀ ਜਵਾਨੀ 'ਚ ਚੱਲਦੀ, ਕਿ ਬੁੱਢੇ ਬਾਰੇ ਵੀ ਡਾਂਗ ਚੱਲਦੀ ਹੁੰਦੀ ਹੈ? ਬੁੱਢੇ ਬਾਰੇ ਕਿੰਨੇ ਕੁ ਭੱਜ ਕੇ ਸਹਿ ਫੜ ਕੇ ਤੇ ਖਾ ਲੂਗਾ। ਹੁਣ ਤੇ ਦਾਲ ਹੀ ਪੀਣੀ ਪੈਣੀ ਬੁੱਢੇ ਬਾਰੇ। ਤਰਨ ਕੋ ਤਰਨ ਅਵਸਥਾ ਆਏ। ਜੇ ਤਰਨਾ ਹੈ ਜਵਾਨੀ ਚਾਹੀਦੀ ਹੈ, ਡੁੱਬਣਾ ਵਾ ਤਾਂ ਵੀ ਜਵਾਨੀ ਚਾਹੀਦੀ ਹੈ। ਜਵਾਨੀ ਤੋਂ ਬਿਨਾਂ ਕੋਈ ਡੁੱਬੂਗਾ ਕਿੱਦਾਂ? ਤੇ ਜਵਾਨੀ ਤੋਂ ਬਿਨਾਂ ਤਰੂਗਾ ਕੋਈ ਕਿੱਦਾਂ? ਤਾਂ ਹੀ ਤਾਂ ਫਰੀਦ ਨੇ ਕਿਹਾ ਸੀ ਕਿ ਫਰੀਦਾ ਕਾਲੀ ਜਿਨੀ ਨਾ ਰਾਵਿਆ। ਜਦੋਂ ਤੁਸੀਂ ਕਾਲੇ ਸੀ ਤੁਹਾਡੇ ਵਾਲ, ਉਦੋਂ ਤੁਸੀਂ ਗੁਰਦੁਆਰੇ ਬਹਿੰਦੇ ਨਹੀਂ ਤੇ ਬੁੱਢੇ ਬਾਰੇ ਕਿੱਦਾਂ ਬਹਿ ਲਓਗੇ? ਜਦੋਂ ਤੁਹਾਡੇ ਕਾਲੇ ਵਾਲ ਸੀ ਉਦੋਂ ਸੰਗਤ 'ਚ ਬਹਿੰਦੇ ਸੀ, ਨਹੀਂ ਬਹਿੰਦੇ ਸੀ ਤੇ ਬਾਬਾ ਫਰੀਦ ਕਹਿੰਦੇ ਬੁੱਢੇ ਬਾਰੇ ਤਾਂ ਬੈਠੇ ਨਹੀਂ ਜਾਣਾ। ਫਰੀਦਾ ਕਾਲੇ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈਂ ਸੁਣ ਪਿਰ ਹੜੀ, ਤੇਰਾ ਰੰਗ ਨਵੇਲਾ। ਕੱਲ ਨੂੰ ਫਿਰ ਉਮਰ ਦੀ ਗੱਲ ਕਰਨਗੇ ਸਿੱਧ। ਮਰ ਕਹਿੰਦੇ ਨਾ ਅਸੀਂ ਨਾ ਤੀਰਥਾਂ ਤੇ ਵਿਸ਼ਵਾਸ ਰੱਖਦੇ ਹਾਂ, ਨਾ ਵੱਡੀ ਉਮਰ 'ਚ ਵਿਸ਼ਵਾਸ ਰੱਖਦੇ ਹਾਂ। ਅਸੀਂ ਵਿਸ਼ਵਾਸ ਰੱਖਦੇ ਹਾਂ ਗੁਰੂ ਦੀ ਮੱਤ ਦੇ ਵਿੱਚ। ਜਿੱਦਣ ਗੁਰੂ ਦੀ ਮੱਤ ਆ ਗਈ ਸਭ ਕੁਝ ਹੋ ਜਾਣਾ। ਵੱਡੀ ਉਮਰ ਦੀ ਲੋੜ ਕੋਈ ਨਹੀਂ, ਤੀਰਥਾਂ ਦੀ ਵੀ ਲੋੜ ਕੋਈ ਨਹੀਂ, ਕਿਸੇ ਨੂੰ ਅਸਥਾਪਨ ਕਰਨ ਦੀ ਲੋੜ ਕੋਈ ਨਹੀਂ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹ ਸਮਝ ਆ ਜਾਂਦੀ ਹੈ। ਗੁਰਾਂ ਕਦੇ ਬਜਾਈ ਸਮਝ ਆ ਗਈ। ਦੁਨੀਆ ਥਾਪ ਕੇ ਪੂਜਾ ਕਰੇ, ਅਸੀਂ ਨਹੀਂ ਕਰਦੇ। ਕਿਉਂ? ਸਾਨੂੰ ਗੁਰਾਂ ਨੇ ਬੁਝਾ ਦਿੱਤਾ, ਕੋਈ ਥਾਪਿਆ ਨਹੀਂ ਜਾਂਦਾ। ਇੱਥੇ ਨੂੰ ਵਿਚਾਰਾਂ ਦੀ ਸਮਾਪਤੀ ਹੈ ਭਾਈ। ਕੱਲ ਨੂੰ ਫਿਰ ਆਪਾਂ ਜੇ ਜੁਗ ਚਾਰੇ ਅਰਜਾਂ ਵਾਲੀ ਪੌੜੀ ਸਾਂਝੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।